ਐਡੀ ਮੌਕਾ ਪ੍ਰਸਤੀ ਸਿਆਸੀ ਮੌਕਾ ਪ੍ਰਸਤੀ ਦੋਨੋਂ ਪਾਸੇ ਹੋਈ। ਅਸੀਂ ਇੱਕ ਪਾਸੇ ਨਹੀਂ ਕਹਿੰਦੇ। ਛੋਟੀਆਂ ਕੋਈ ਰੇਲ ਗੱਡੀ ਦੇ ਐਕਸੀਡੈਂਟ ਹੋ ਜਾਂਦੇ, ਬੱਸ ਦੇ ਐਕਸੀਡੈਂਟ, ਉਹਨਾਂ ਦੇ ਤਾਂ ਉਹਨਾਂ ਤੇ ਪ੍ਰਸਤਾਵ ਪਾਸ ਕੀਤੇ ਜਾਂਦੇ ਆ, ਪਰ 10 ਲੱਖ ਪੰਜਾਬੀ ਮਰੇ ਆ, ਉਹ ਦੋਨਾਂ ਮੁਲਕਾਂ ਦੀਆਂ ਪਾਰਲੀਮੈਂਟ ਵਾਸਤੇ ਉਹ ਕੋਈ ਅਰਥ ਨਹੀਂ ਰੱਖਦੇ। ਪੰਜਾਬੀ ਮਾਰੇ ਗਏ 10 ਲੱਖ, ਅਤੇ ਤੁਸੀਂ ਇਹ ਦੇਖੋ ਵੀ ਕਰੋੜ ਦੇ ਲਾਗੇ ਜਾ ਕੇ ਲੋਕ ਘਰੋਂ ਬੇਘਰ ਹੋਏ, ਤੇ ਕਿਸੇ ਨੇ ਉਹਨਾਂ ਦੇ ਉੱਤੇ ਕੋਈ ਸਹੀ ਖੋਜ ਨਹੀਂ ਕੀਤੀ, ਰਿਸਰਚ ਨਹੀਂ ਕੀਤੀ। ਇਹ ਭਗਤ ਸਿੰਘ ਦੇ ਸਾਥੀ ਸੀ, 7 ਸਾਲ ਉਹਨਾਂ ਦੇ ਨਾਲ ਜੇਲ੍ਹ 'ਚ ਰਹੇ ਆ। ਇਹਨਾਂ ਨੇ ਆ ਕੇ ਰਿਪੋਰਟ ਲਿਖੀ ਆ, ਤੇ ਐਕਚੁਅਲੀ ਵੰਡ ਦੇ ਵਿੱਚ ਕੀ ਹੋਇਆ। ਪਛਤਾਤਾਪ ਕਰਨਾ ਚਾਹੀਦਾ। ਐਡਾ ਵੱਡਾ ਜਿਹੜਾ ਕਤਲੇਆਮ ਹੋਇਆ ਉਸ ਨੂੰ ਦਬਾ ਦਿੱਤਾ ਗਿਆ ਦੋਨਾਂ ਮੁਲਕਾਂ ਨੇ। ਪੰਜਾਬੀਆਂ ਦਾ ਕਤਲੇਆਮ ਇਹ ਹੋਰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। ਕੀ ਉਹਦੇ ਸਾਰੇ ਜਿਹੜੇ ਡਿਮੈਂਸ਼ਨ ਨੇ ਇਸ ਰਿਪੋਰਟ ਦੇ ਵਿੱਚ ਨੇ। ਇਹ ਰਿਪੋਰਟ ਨਹਿਰੂ ਨੂੰ ਉਹਨਾਂ ਨੇ ਸੌਂਪੀ ਸੀ ਉਦੋਂ ਹੀ, ਵੀ ਉਹ ਸਾਰੇ ਸਿਚੁਏਸ਼ਨ ਨੂੰ 47 ਨੂੰ ਰਿਵਿਊ ਕਰਨ ਵੀ ਅਸੀਂ ਉਹਦੇ ਚੋਂ ਖੱਟਿਆ ਕੀ ਤੇ ਗਵਾਇਆ ਕੀ। ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਅੱਜ ਤੱਕ ਪਤਾ ਨਹੀਂ, ਲੋਕਾਂ ਦੀਆਂ ਯਾਦਾਂ ਵਿੱਚ ਤਾਂ ਜੁੜੀਆਂ ਹੋਈਆਂ ਨੇ। ਜਿਸ ਤਰ੍ਹਾਂ ਜਸਪਾਲ ਜੀ ਨੇ ਕਿਹਾ, ਇਹ ਅਸੀਂ ਹਾਲੇ ਤੱਕ ਉਸ ਤਰ੍ਹਾਂ ਅਹਿਸਾਸ ਨਹੀਂ ਕੀਤਾ। ਇੱਧਰ ਵੀ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਪਾਕਿਸਤਾਨ ਵੇਲੇ ਵੰਡ ਵੇਲੇ ਜ਼ਿਆਦਾ ਇੱਥੇ ਕਤਲੇਆਮ ਕੀਤੇ ਸੀਗੇ ਪਿੰਡਾਂ ਦੇ ਵਿੱਚ, ਉਹ ਬੜੇ ਫਖਰ ਨਾਲ ਦੱਸਦੇ ਆਏ ਸੀ ਇੰਨੇ ਮੁਸਲਮਾਨ ਵੱਡੇ, ਜਿਵੇਂ ਕੋਈ ਬਹੁਤ ਵੱਡਾ ਧਰਮ ਦਾ ਕੰਮ ਕੀਤਾ। ਉੱਧਰ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਇੰਨੇ ਕਤਲ ਕੀਤੇ ਆ। ਤਾਂ ਇਹ 25 ਅਗਸਤ ਨੂੰ ਜਿਹੜੀ ਮਾਰ ਮਰਾਈ ਦੀ ਫਰੈਸ਼ ਰਿਪੋਰਟ ਤੇ ਆਥੈਂਟਿਕ ਰਿਪੋਰਟ, ਮੌਕੇ ਦੀ ਜਿਹੜੀ ਰਿਪੋਰਟ ਹੈ, ਉਹ ਨਹਿਰੂ ਨੂੰ ਪੀਸੀ ਜੋਸ਼ੀ ਕਮਿਊਨਿਸਟ ਪਾਰਟੀ ਦਾ ਲੀਡਰ ਸੀ, ਧਨਵੰਤਰੀ ਕਾਂਗਰਸ ਦਾ ਲਾਹੌਰ ਦਾ ਪ੍ਰੈਜ਼ੀਡੈਂਟ ਰਿਹਾ, ਧਨਵੰਤਰੀ ਔਰ ਸ਼ਹੀਦ ਭਗਤ ਸਿੰਘ ਦਾ ਸਾਥੀ ਸੀ, ਉਹਦੇ ਨਾਲ ਜੇਲ੍ਹ ਵੀ ਰਿਹਾ। ਤੇ ਇਹ ਨਾਲ ਫਿਰ ਬਾਬਾ ਗੁਰਮੁਖ ਸਿੰਘ ਲਲਤੋਂ ਗਿਆ, ਤਿੰਨੇ ਜਾ ਕੇ ਦਿੱਲੀ ਨੂੰ ਦੇ ਕੇ ਆਏ ਆ ਸਾਰਾ ਕੁਝ। ਕਿਉਂਕਿ ਇਸ ਰਿਪੋਰਟ ਦੇ ਵਿੱਚ ਦੱਸਿਆ ਪ੍ਰੈਸ ਦਾ ਰੋਲ ਕੀ ਸੀਗਾ। ਪ੍ਰੈਸ ਦਾ ਬਹੁਤ ਮਾੜਾ ਰੋਲ ਸੀ ਇਹਦੇ ਵਿੱਚ, ਮੀਡੀਆ ਦਾ ਬਹੁਤ ਮਾੜਾ ਰੋਲ ਸੀਗਾ ਉਸ ਵਕਤ, ਕਿਉਂਕਿ ਉਹ ਜਿਹੜਾ ਮੀਡੀਆ ਸੀ ਹਿੰਦੂ ਤੇ ਗੈਰ ਮੁਸਲਮਾਨ ਦੇ ਵਿੱਚ ਵੰਡ ਚੁੱਕਿਆ ਸੀਗਾ। ਵੀ ਅਸੀਂ ਸਪਸ਼ਟ ਰੂਪ 'ਚ ਕਹਿਣਾ ਚਾਹੁੰਦੇ ਹਾਂ ਵੀ ਵੰਡ ਦੇਸ਼ ਦੀ ਨਹੀਂ ਹੋਈ। ਉਹ ਜਿਹੜਾ ਸਾਡਾ ਇੱਧਰੋਂ ਮੀਡੀਆ ਸੀ, ਖਾਸ ਕਰਕੇ ਹਿੰਦੂ ਸਮਾਚਾਰ ਦਾ ਗਰੁੱਪ ਸੀਗਾ ਸਾਰਾ, ਇਹ ਲੋਕ ਸਿਰਫ ਪਾਕਿਸਤਾਨ ਦੇ ਵਿੱਚ ਜਿਹੜੇ ਹੋ ਰਹੇ ਸੀਗੇ ਮੁਸਲਮਾਨਾਂ ਭਾਈਚਾਰੇ ਦੇ ਲੋਕ ਜਿਹੜੇ ਕਤਲੇਆਮ ਕਰ ਰਹੇ ਸੀ, ਉਹਨਾਂ ਨੂੰ ਪੇਸ਼ ਕਰ ਰਹੇ ਸੀਗੇ। ਜਿਹੜੇ ਸਾਡੇ ਇੱਧਰਲੇ ਲੋਕ ਕਰ ਰਹੇ ਸੀ, ਮੁਸਲਮਾਨਾਂ ਦੇ ਪਿੰਡਾਂ ਦੇ ਵਿੱਚ ਕਤਲੇਆਮ ਕਰ ਰਹੇ ਸੀ, ਉਹਨਾਂ ਦੀ ਕੋਈ ਰਿਪੋਰਟ ਮੀਡੀਆ ਵਿੱਚ ਨਹੀਂ ਸੀਗੀ। ਉਹ ਦੇਸ਼ ਦੇ ਲੈਵਲ ਤੇ ਗੱਲ ਹੋ ਰਹੀ ਸੀ, ਦੇਸ਼ ਦੀ ਗੱਲ ਪਾਸੇ ਰਹਿ ਗਈ, ਪੰਜਾਬ ਵੰਡਿਆ ਗਿਆ। ਤੇ ਉਹ ਇੱਕ ਦੂਜੇ ਦੇ ਥਾਵਾਂ ਤੇ ਭੜਕਾਇਆ ਜਾਂਦਾ, ਜਿੱਥੇ ਲੋਕ ਇਕੱਠੇ ਹੋਏ ਰਿਫਿਊਜੀ ਆਉਂਦੇ ਸੀ ਇੱਧਰ, ਉਹ ਸਾਰੀਆਂ ਗੱਲਾਂ ਦੱਸ ਕੇ ਉਹ ਜਿਹੜੀਆਂ ਅਫਵਾਹਾਂ ਫੈਲਾ ਕੇ ਉਹ ਜਿਹੜਾ ਕਤਲੇਆਮ ਸੀਗਾ ਉਹਦਾ ਦੌਰ ਜਿਹੜਾ ਹੋਰ ਤਿੱਖਾ ਕੀਤਾ ਜਾ ਰਿਹਾ ਸੀਗਾ। ਪੰਜਾਬ ਤੇ ਬੰਗਾਲ ਹੀ ਵੰਡੇ ਗਏ ਨਾ, ਤੇ ਪੰਜਾਬ ਬੰਗਾਲ ਵਿੱਚ ਉਹ ਗੱਲ ਉਨੀ ਮਾਰ ਮਰਾਈ ਨਹੀਂ ਹੋਈ ਜਿਹੀ ਜੀ ਪੰਜਾਬ 'ਚ ਹੋਈ ਹੈ। ਅਸਲ ਵਿੱਚ ਜਿਹੜਾ ਸਾਰੀ ਜਿਹੜੀ ਇਹ ਵੰਡ ਹੋਈ ਹੈ ਉਹ ਪੰਜਾਬ ਦੀ ਹੋਈ ਹੈ, ਦੇਸ਼ ਦੀ ਤਾਂ ਹੋਈ ਨਹੀਂ। ਉਸੇ ਸ਼ਹਿਰ ਦੇ ਵਿੱਚ ਉਸ ਪੰਥ ਦੇ ਵਾਰਸ ਕਹਾਉਣ ਵਾਲੇ ਜਿਹੜੇ ਠੇਕੇਦਾਰ ਸੀਗੇ, ਉਹਨਾਂ ਦੀ ਨਿਗਰਾਨੀ ਥੱਲੇ ਔਰਤਾਂ ਨੂੰ ਨੰਗੀਆਂ ਕਰਕੇ ਉੱਥੇ ਬਾਜ਼ਾਰਾਂ ਵਿੱਚ ਜਲੂਸ ਕੱਢਿਆ ਜਾਣਾ ਇਸ ਰਿਪੋਰਟ ਦੇ ਵਿੱਚ। ਇਸ ਕਰਕੇ ਆਜ਼ਾਦੀ ਦਾ ਮੁੱਲ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਤਾਰਿਆ, ਤੇ ਪੰਜਾਬੀਆਂ ਦਾ ਹੀ ਨੁਕਸਾਨ ਹੋਇਆ। ਤੇ ਉਸ ਮੁੱਲ ਦੇ ਕਰਕੇ ਹੁਣ ਵੀ ਬਾਰਡਰ ਸਾਡੇ ਸਿਰ ਤੇ ਹੋ ਗਿਆ। ਇਹ ਟਰੈਪ 'ਚ ਆ ਗਏ, ਕਿਉਂਕਿ ਸਰਕਾਰ ਕੁਝ ਸ਼ਕਤੀਆਂ ਚਾਹੁੰਦੀਆਂ ਸੀ ਇਹ ਕੁਝ ਹੋਵੇ ਇਸ ਤਰ੍ਹਾਂ ਦਾ। ਉਹਨਾਂ ਨੇ ਆਪਣੇ ਜਿਹੜੇ ਆ ਸਿਆਸੀ ਮੰਤਵ ਪੂਰੇ ਕਰਨੇ ਸੀਗੇ। ਹੁਣ ਵੀ 3 ਲੜਾਈਆਂ ਜਿਹੜੀਆਂ ਪਾਕਿਸਤਾਨ ਤੇ ਇੰਡੀਆ ਦੀਆਂ ਹੋਈਆਂ, ਉਹ ਵੀ ਸਾਡੇ ਬਾਰਡਰ ਤੇ ਹੋਈਆਂ। ਤੇ ਹੁਣ ਵੀ ਸਾਡਾ 50 ਕਿਲੋਮੀਟਰ ਅੰਦਰ ਤੱਕ ਦਾ ਸਾਰਾ ਏਰੀਆ BSF ਨੂੰ ਦਿੱਤਾ ਹੋਇਆ, ਤੇ ਸਾਰਾ ਕੁਝ ਸੈਂਟਰ ਦੇ ਥੱਲੇ ਹੀ ਹੈ। ਇਸ ਕਰਕੇ ਸਾਨੂੰ ਪੰਜਾਬ ਦਾ ਹੀ ਨੁਕਸਾਨ ਸਭ ਤੋਂ ਵੱਡਾ ਉਦੋਂ ਹੋਇਆ ਤੇ ਹੁਣ ਤੱਕ ਹੋ ਰਿਹਾ। ਤੇ ਮੈਂ ਇਵੇਂ ਸਮਝਦਾ ਸੀ ਕਿ ਸਾਡਾ ਜਿਹੜਾ ਨਿਸ਼ਾਨ ਸਾਹਿਬ ਬਹੁਤ ਪਵਿੱਤਰ ਹੈ, ਇਹਨੂੰ ਪੋਲੀਟੀਕਲ ਪਰਪਸ ਵਾਸਤੇ ਉਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ ਜਿਸ ਤਰ੍ਹਾਂ ਦੇ ਦੇਸ਼ਾਂ ਦੇ ਝੰਡਿਆਂ ਨੂੰ ਵਰਤਿਆ ਜਾਂਦਾ ਆ। ਤੇ ਇਹ ਇੱਕ ਤਰ੍ਹਾਂ ਦਾ ਇਹ ਹਿੰਦੂ ਰਾਸ਼ਟਰਵਾਦ ਨੂੰ ਠੱਲ ਵੀ ਪੈਣੀ ਹੈ, ਤੇ ਹੋਰ ਇਸ ਕਿਸਮ ਦੀਆਂ ਜਿਹੜੀਆਂ ਐਕਸਕਲੂਸਿਵ ਪਾਸੇ ਵੱਖਵਾਦੀ ਚੱਲਦੀਆਂ ਕਈ ਇਹੋ ਜਿਹੀਆਂ ਇਸ ਲੈਵਲ ਦੀਆਂ, ਉਹਨਾਂ ਨੂੰ ਠੱਲ ਵੀ ਪਊਗੀ। ਮੰਨ ਲਓ ਕੱਲ੍ਹ ਨੂੰ ਕੋਈ ਨਿਸ਼ਾਨ ਸਾਹਿਬ ਝੰਡੇ ਨੂੰ, ਜੋ ਪੋਲੀਟੀਕਲ ਝੰਡੇ ਨੂੰ ਲੋਕ ਸਾੜਦੇ ਆ, ਪਾੜਦੇ ਆ, ਹੋਰ ਤਰ੍ਹਾਂ ਕਈ ਕਿਸਮ ਪ੍ਰਤੀਕਰਮ ਹੁੰਦੇ ਆ, ਤੇ ਨਿਸ਼ਾਨ ਸਾਹਿਬ ਨੂੰ ਹੀ ਜੇ ਇਸ ਤਰ੍ਹਾਂ ਕੋਈ ਕਾਰਵਾਈ ਕਰੇਗਾ, ਫਿਰ ਸਾਡੇ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹ ਭੜਕਣਗੀਆਂ। ਉਹੀ ਪਲੇ ਪੋਲਿਟਿਕਸ ਕਰਦੇ ਆ। ਅਸੀਂ ਕਹਿੰਦੇ ਆ ਵੀ ਹਿੰਦੂਤਵ ਦੀ ਪੋਲਿਟਿਕਸ ਜਾਂ ਇੱਥੇ ਦੂਜੇ ਪਾਸੇ ਇਸਲਾਮ ਦੇ ਨਾਲ ਜੁੜੀਆਂ ਪੋਲਿਟਿਕਸ ਦੀਆਂ ਜਿਹੜੀਆਂ ਧਰਾਵਾਂ, ਇਹ ਦੋਨੋਂ ਹੀ ਲੋਕਾਂ ਦਾ ਨੁਕਸਾਨ ਕੀਤਾ। 75 ਸਾਲ ਨੇ ਤਾਂ ਸਾਬਤ ਕਰ ਦਿੱਤਾ ਵੀ 3 ਜੰਗਾਂ ਲੜ ਲਈਆਂ,
ਤੇ ਕੋਈ ਗੱਲ ਨਹੀਂ ਹੋਈ, ਸਾਰਾ ਨਾ ਕੋਈ ਫੈਸਲਾ ਹੋਇਆ ਸਾਡਾ। ਉਹਦੇ ਸਮਾਜ 'ਚ ਗਲਤ ਅਸਰ ਪਏਗਾ, ਸਾਡੇ ਭਾਈਚਾਰੇ ਤੇ ਅਸਰ ਪਏਗਾ। ਸੋ ਜਿਹੜੇ ਲੋਕ ਇਸ ਚੀਜ਼ ਨੂੰ ਵਰਤ ਰਹੇ ਆ ਉਹਨਾਂ ਨੂੰ ਆਹ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿ ਨਿਸ਼ਾਨ ਸਾਹਿਬ ਨੂੰ ਇਸ ਪੋਲਿਟਿਕਸ ਤੋਂ ਜਿਹੜੀ ਹੈ ਉਹਦੇ ਤੋਂ ਅਲੱਗ ਰੱਖਣਾ ਚਾਹੀਦਾ, ਉਹਨਾਂ ਨੂੰ ਆਪਣੇ ਵੱਖਰੇ ਝੰਡੇ ਬਣਾਉਣੇ ਚਾਹੀਦੇ ਆ। ਇੱਕ ਦੂਜੇ ਨੂੰ ਮਾਰੀ ਗਏ। ਅਸੀਂ ਦੋਨੋਂ ਜਿਹੜੀਆਂ ਪਾਕਿਸਤਾਨ ਤੇ ਇੰਡੀਆ ਸਟੇਟਸ ਹੈ, ਮੁਲਕ ਹੈ, ਦੋਨੋਂ ਨਿਊਕਲੀਅਰ ਹੋ ਗਏ। ਹੋਰ ਵੀ ਜ਼ਿਆਦਾ ਤਬਾਹੀ ਦੀ ਅਸੀਂ ਹਥਿਆਰ ਪੈਦਾ ਕਰ ਲਏ ਆ ਆਪਸ ਦੀ ਲੜਾਈ ਕਰਕੇ। ਉੱਥੇ ਹੀ ਲੜਾਈ ਖੜੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, 15 ਅਗਸਤ ਦਾ ਦਿਹਾੜਾ ਪੂਰੇ ਦੇਸ਼ ਭਰ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਣਾ ਹੈਗਾ ਤੇ ਸਭ ਤੋਂ ਵੱਡੀ ਚੀਜ਼ ਇਹ ਕਿ ਇਹ ਜਦੋਂ ਵੰਡ ਹੁੰਦੀ ਹੈ, ਇਹ ਵੰਡ ਕਿਹੜੇ ਅਸਰ ਛੱਡ ਕੇ ਜਾਂਦੀ ਹੈ, ਕਿਹੜੀਆਂ ਚੀਜ਼ਾਂ ਉਸ ਵੇਲੇ ਹੋਈਆਂ ਨੇ, ਉਹ ਸਾਡੇ ਜ਼ਿਹਨ ਦੇ ਵਿੱਚ ਅੱਜ ਵੀ ਤਾਜ਼ਾ ਹੈਗੀਆਂ ਨੇ। ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ, ਨਿਰਦੋਸ਼ੇ ਮਾਰੇ ਗਏ, ਤਾਂ ਉਹਨਾਂ ਦੀ ਜ਼ਿੰਦਗੀ ਬਾਰੇ ਕਦੇ ਕੋਈ ਚਰਚਾ ਉਸ ਤਰੀਕੇ ਨਾਲ ਨਹੀਂ ਹੋਈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ। ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਤਾਂ ਵੱਖ-ਵੱਖ ਸਿਆਸੀ ਧਿਰਾਂ ਇਸ ਮੌਕੇ ਨੂੰ ਵੀ ਆਪਣੇ ਹਿਸਾਬ ਦੇ ਨਾਲ ਲਗਾਤਾਰ ਮਨਾਉਂਦੀਆਂ ਰਹੀਆਂ, ਪਰ ਕੈਸ਼ ਕਰਦੀਆਂ ਰਹੀਆਂ ਕਿ ਇਸ ਦਿਨ ਨੂੰ ਮਨਾ ਕੇ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਸਿਆਸੀ ਲਾਹੇ ਲੱਭੇ ਜਾਂਦੇ ਰਹੇ। ਹੁਣ ਵੀ ਇੱਕ ਮਾਹੌਲ ਅਜਿਹਾ ਸਿਰਜਿਆ ਜਾ ਰਿਹਾ ਕਿ ਦੇਸ਼ ਭਰ ਦੇ ਵਿੱਚ ਤਿਰੰਗੇ ਲਹਿਰਾਉਣ ਦੀ ਗੱਲ ਕੋਈ ਕਰ ਰਿਹਾ ਹੈਗਾ, ਕੋਈ ਕੇਸਰੀ ਨਿਸ਼ਾਨ ਲਹਿਰਾਉਣ ਦੀ ਗੱਲ ਕਰ ਰਿਹਾ ਹੈਗਾ, ਕੋਈ ਆਜ਼ਾਦੀ ਦੇ ਮੌਕੇ ਤੋਂ ਪਹਿਲਾਂ ਆਜ਼ਾਦੀ ਦਾ ਜਿਹੜਾ ਗੀਤ ਹੈਗਾ ਉਹ ਗੁਣਗੁਣਾਉਣ ਦੀ ਗੱਲ ਕਰ ਰਿਹਾ ਹੈਗਾ। ਤਾਂ ਬਹੁਤ ਸਾਰੀਆਂ ਚਰਚਾਵਾਂ ਅੱਜ ਦੇ ਮਾਹੌਲ ਦੇ ਵਿੱਚ ਵੀ ਲਗਾਤਾਰ ਮੰਡਰਾ ਰਹੀਆਂ ਨੇ, ਫਿਰ ਰਹੀਆਂ ਨੇ। ਤਾਂ ਇੱਕ ਬੜੀ ਅਹਿਮ ਚੀਜ਼ ਇਹਨਾਂ ਦੇ ਸਾਰੇ ਦਰਮਿਆਨ ਨਿਕਲ ਕੇ ਸਾਹਮਣੇ ਆਈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਕਾਲ ਦਿੱਤੀ ਗਈ ਹੈ। ਇੱਕ ਬੜੀ ਅਹਿਮ ਚੀਜ਼ ਕਹੀ ਗਈ ਹੈ ਕਿ 16 ਤਰੀਕ ਨੂੰ ਅਰਦਾਸ ਦਿਹਾੜੇ ਵਜੋਂ ਮਨਾਇਆ ਜਾਣਾ, ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ, ਵਾਪਰੀਆਂ, ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ, ਉਸ ਦੌਰਾਨ ਜਿਹੜੀਆਂ ਕੀਮਤੀ ਜਾਨਾਂ ਗਈਆਂ, ਚਾਹੇ ਉਹ ਲਹਿੰਦੇ ਪੰਜਾਬ ਦੇ ਲੋਕ ਸੀ, ਚਾਹੇ ਚੜ੍ਹਦੇ ਪੰਜਾਬ ਦੇ ਲੋਕ ਸੀ, ਉਹ ਬਹੁਤ ਮੰਦਭਾਗੀ ਚੀਜ਼ ਹੋਈ ਹੈ। ਤੇ ਉਸ ਨੂੰ ਲੈ ਕੇ ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਸਿੱਖ ਵਸਦੇ ਨੇ, ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਕਰਨ ਕਿ ਇਹ ਬੜੀ ਮੰਦਭਾਗੀ ਘਟਨਾ ਸੀ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਦੋ ਸ਼ਖਸੀਅਤਾਂ ਮੌਜੂਦ ਨੇ, ਖੁਸ਼ਹਾਲ ਸਿੰਘ ਜੀ ਤੇ ਜਸਪਾਲ ਸਿੱਧੂ ਜੀ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਜਿਹੜਾ ਪੂਰਾ ਪ੍ਰੋਗਰਾਮ ਹੈਗਾ, ਜਿਹੜੀ ਇਹ ਕਾਲ ਦਿੱਤੀ ਗਈ ਹੈਗੀ, ਇਸ ਕਾਲ ਨੂੰ ਕਿਵੇਂ ਦੇਖਦੇ ਨੇ। ਸੋ ਸਭ ਇਹ ਬੜਾ ਅਹਿਮ ਦਿਨ ਮੈਨੂੰ ਲੱਗਦਾ ਕਿ ਲੰਮੇ ਸਮੇਂ ਤੋਂ ਉਡੀਕ ਵੀ ਸੀਗੀ ਇਸ ਚੀਜ਼ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਦਾਂ ਦੀ ਕਾਲ ਦਿੱਤੀ ਜਾਵੇ ਕਿ ਜੋ ਕੁਝ ਹੋਇਆ, ਵਾਪਰਿਆ, ਬੜਾ ਮੰਦਭਾਗਾ ਸੀਗਾ। ਤੁਸੀਂ ਵੀ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰਦੇ ਆ ਰਹੇ ਹੋ, ਲੱਗਦਾ ਕਿ ਉਹ ਕੋਸ਼ਿਸ਼ਾਂ ਨੂੰ ਬੂਰ ਪਿਆ ਹੋਣਾ ਕਿ? ਬਿਲਕੁਲ ਬੂਰ ਪਿਆ ਜੀ। ਬੜੀ ਕੋਸ਼ਿਸ਼ਾਂ ਤੋਂ ਬਾਅਦ ਪਹਿਲੀ ਵਾਰੀ ਅਕਾਲ ਤਖਤ ਤੋਂ ਜਿਹੜੀ ਕਾਲ ਆਈ ਹੈ, ਉਹ ਅਸੀਂ ਉਸ ਨੂੰ ਜੀ ਆਇਆਂ ਕਹਿੰਦੇ ਆ, ਵੈਲਕਮ ਕਰਦੇ ਆ। ਤੇ ਉਹ ਬਹੁਤ ਮੌਕੇ ਤੇ ਕਾਲ ਆਈ ਹੈ ਤੇ ਉਹਨੇ ਕਈ ਗੱਲਾਂ ਜਿਹੜੀਆਂ ਹਜੇ ਤੱਕ ਸਾਡੀ ਪੰਜਾਬੀਆਂ ਦੀ ਪਹਿਲਾਂ ਵੰਡ ਪਾਈ, ਫਿਰ ਪੰਜਾਬ ਦੀ ਤੇ ਜਾਂ ਇੰਡੀਆ ਦੀ ਤੇ ਪਾਕਿਸਤਾਨ ਦੀ ਜਿਹੜੀ ਦੁਸ਼ਮਣੀ ਦੇ ਵਿੱਚੋਂ ਪੋਲੀਟਿਕਸ 75 ਸਾਲ ਤੋਂ ਹੋ ਰਹੀ ਹੈ, ਉਹਨੂੰ ਬਰਕਰਾਰ ਰੱਖਣ ਲਈ ਹਜੇ ਵੀ ਝੰਡਾ ਲਹਿਰਾਉਣਾ, ਮਾਰਚ, ਤਿਰੰਗਾ ਲਹਿਰਾਉਣਾ, ਜਾਂ ਉਧਰ ਪਾਕਿਸਤਾਨ ਵੱਲ ਇਹੋ ਜਿਹਾ ਕੁਛ ਉਧਰ ਵੀ ਹੋ ਰਿਹਾ, ਸਾਰਾ ਕੁਛ ਇਹ ਲੈਣ ਨੂੰ ਹੋਰ ਪੱਕਾ ਕਰਤਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਇਹ ਸਾਰੇ ਦੇ ਵਿਰੁੱਧ ਇਹ ਬਹੁਤ ਵੱਡੀ ਘਾਟ ਹੈ। ਦੂਜੀ ਗੱਲ ਇਹ ਸਾਨੂੰ ਬੜਾ ਅਫਸੋਸ ਹੈ ਵੀ 10 ਲੱਖ ਲੋਕ 47 ਦੇ ਵਿੱਚ ਪੰਜਾਬੀ ਮਾਰੇ ਗਏ, 10 ਲੱਖ। ਅਤੇ ਤੁਸੀਂ ਇਹ ਦੇਖੋ ਵੀ ਕਰੋੜ ਦੇ ਲਾਗੇ ਜਾ ਕੇ ਲੋਕ ਘਰੋਂ ਬੇਘਰ ਹੋਏ ਤੇ ਕਿਸੇ ਨੇ ਉਹਨਾਂ ਦੇ ਉੱਤੇ ਕੋਈ ਸਹੀ ਖੋਜ ਨਹੀਂ ਕੀਤੀ, ਰਿਸਰਚ ਨਹੀਂ ਕੀਤੀ। ਸਿਰਫ ਪ੍ਰਾਪਰਟੀ ਦਾ ਜਿਹੜਾ ਲੈਣ ਦੇਣ ਕਰਕੇ ਕਿਸੇ ਦਾ ਨਾਂ ਉਹਦੇ ਤੇ ਆ ਗਿਆ, ਜਿਹਦੇ ਤੇ ਪ੍ਰਾਪਰਟੀ ਜਿਹਦੇ ਨਾਂ ਤੇ ਸੀ। ਕਿੰਨੇ ਮਾਰੇ ਗਏ, ਦਲਿਤ ਮਾਰੇ ਗਏ, ਉਹਨਾਂ ਦਾ ਤਾਂ ਨਾਂ ਹੀ ਨਹੀਂ ਆਇਆ। ਤੇ ਇਸ ਕਰਕੇ ਜਾਂ ਕਿਸੇ ਹੋਰ ਬੇਜ਼ਮੀਨੇ ਮਾਰੇ ਗਏ, ਪ੍ਰਾਪਰਟੀ ਤੋਂ ਰਹਿਤ ਬੱਚੇ ਮਾਰੇ ਗਏ, ਕਿਸੇ ਦਾ ਕੋਈ ਨਾਂ ਨਹੀਂ ਆਇਆ। ਦੋਨਾਂ ਮੁਲਕਾਂ ਨੇ ਗਿਣਤੀ ਨਹੀਂ ਕੀਤੀ, ਨਾ ਪਾਕਿਸਤਾਨ ਨਾ ਇੰਡੀਆ ਨੇ, ਵੀ ਕਿੰਨੇ ਮਾਰੇ ਗਏ, ਕਿਹਦਾ ਨੁਕਸਾਨ ਹੋਇਆ। ਇਸ ਦੇ ਉੱਤੇ ਅਸਲ ਵਿੱਚ ਇਹਨੂੰ ਦਬਾ ਹੀ ਦਿੱਤਾ ਗਿਆ ਵੀ ਜਿਵੇਂ ਇੱਕ ਦੋਨੋਂ ਆਪਦੇ ਰਾਮ ਦੋਨੋਂ ਪਾਸੇ ਆਰਾਮ ਨਾਲ ਉਹਦੇ ਤੇ ਰਾਜ ਕਰਨਾ ਸ਼ੁਰੂ ਕਰਤਾ। ਐਡੀ ਮੌਕਾ ਪ੍ਰਸਤੀ, ਸਿਆਸੀ ਮੌਕਾ ਪ੍ਰਸਤੀ ਦੋਨੋਂ ਪਾਸੇ ਹੋਈ। ਅਸੀਂ ਇੱਕ ਪਾਸੇ ਨਹੀਂ ਕਹਿੰਦੇ। ਪਾਕਿਸਤਾਨ ਦੇ ਸਾਈਡ ਤੇ ਹਜੇ ਜਿਹੜਾ ਲਹਿੰਦੇ ਪੰਜਾਬ 'ਚ ਹਜੇ ਤੱਕ ਵੀ ਉਹ ਕਈ ਸਾਡੇ ਪੰਜਾਬੀ ਭਰਾ ਉਸ ਵੇਲੇ ਜਿਹੜੇ ਮਾਰੇ ਗਏ ਸੀ ਉਹਨਾਂ ਨੂੰ ਇਹ ਕੁਰਬਾਨੀ ਜਾਂ ਸ਼ਹੀਦ ਹੋਏ ਮੰਨਦੇ ਆ। ਤੇ ਅਸੀਂ ਤਾਂ 4 ਸਾਲਾਂ ਤੋਂ ਲੱਗੇ ਹੋਏ ਆ ਇਸ ਦੇ ਉੱਤੇ। 17 'ਚ ਪਹਿਲੀ ਵਾਰੀ ਇਹ ਸਭ ਤੋਂ ਪਹਿਲਾਂ ਲੁਧਿਆਣੇ ਪੰਜਾਬੀ ਭਵਨ 'ਚ ਹੋਇਆ ਸੀਗਾ ਫੰਕਸ਼ਨ, ਵੀ ਇਸ ਤੇ ਸਾਨੂੰ ਰਿਵਿਊ ਕਰਨਾ ਚਾਹੀਦਾ, ਪਛਤਾਤਾਪ ਕਰਨਾ ਚਾਹੀਦਾ। ਐਡਾ ਵੱਡਾ ਜਿਹੜਾ ਕਤਲੇਆਮ ਹੋਇਆ ਉਸ ਨੂੰ ਦਬਾ ਦਿੱਤਾ ਗਿਆ ਦੋਨਾਂ ਮੁਲਕਾਂ ਨੇ। ਪੰਜਾਬੀਆਂ ਦਾ ਕਤਲੇਆਮ ਇਹ ਹੋਰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਲਗਾਤਾਰ 18, 19, 20, 21 ਐਤਕੀ 22 'ਚ ਵੀ ਅਸੀਂ ਇਹ 15 ਅਗਸਤ ਨੂੰ ਮਨਾ ਰਹੇ ਹਾਂ।
ਇਹ ਮਨਾ ਰਹੇ ਹਾਂ ਵੀ ਇਹ ਅਸੀਂ ਤਾਂ ਪਛਤਾਤਾਪ ਦਿਵਸ ਤੇ ਮਨਾ ਰਹੇ ਹਾਂ। ਹਰ ਵਾਰੀ ਅਸੀਂ ਅਰਦਾਸ ਕਰਦੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਵੀ ਉਹ ਸਾਡੀ ਜਿਹੜੀ ਗੱਲ ਹੈ ਉਹ ਅਕਾਲ ਤਖਤ ਤੱਕ ਪਹੁੰਚ ਗਈ ਹੈ। ਅਕਾਲ ਤਖਤ ਦੇ ਜਥੇਦਾਰ ਨੇ ਐਤਕੀ ਕਾਲ ਦਿੱਤੀ, ਸਾਨੂੰ ਕਾਲ ਨਹੀਂ ਕਰਨੀ ਦਿੱਤੀ, ਅਸੀਂ ਤਾਂ ਸ਼ਾਮਲ ਹੀ ਆ ਉਸ ਦੇ ਵਿੱਚ। ਸਾਰੇ ਜਗਤ ਨੂੰ ਕਮ ਸੇ ਕਮ 2.5-3 ਕਰੋੜ ਜਿਹੜਾ ਸਿੱਖ ਹੈ, ਉਸ ਲਈ ਤਾਂ ਇਹ ਬਹੁਤ ਅਹਿਮੀਅਤ ਗੱਲਬਾਤ ਹੈ ਵੀ ਉਹ ਸਾਰੇ ਸਿਚੁਏਸ਼ਨ ਨੂੰ 47 ਨੂੰ ਰਿਵਿਊ ਕਰਨ ਵੀ ਅਸੀਂ ਉਹਦੇ ਚੋਂ ਖੱਟਿਆ ਕੀ ਤੇ ਗਵਾਇਆ ਕੀ। ਇਸ ਕਰਕੇ ਅਸੀਂ ਇਸ ਗੱਲ ਨੂੰ ਫਿਰ ਜੀ ਆਇਆਂ ਕਹਿੰਦੇ ਹਾਂ। ਖੁਸ਼ਹਾਲ ਜੀ, ਬੜੀ ਅਹਿਮ ਚੀਜ਼ ਹੈ ਕਿ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ ਨੇ ਕਿ ਉਸ ਵੰਡ ਦੇ ਦੌਰਾਨ ਹੋਇਆ ਕੀ ਕੁਝ ਵਾਪਰਿਆ, ਕਿ ਇਸ ਤਰੀਕੇ ਨਾਲ, ਕਿਉਂਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ। ਹਰੇਕ ਬੰਦਾ ਉਹਨੂੰ ਆਪਣੇ ਆਪਣੇ ਹਿਸਾਬ ਨਾਲ ਡਿਫੈਂਡ ਕਰਦਾ ਰਿਹਾ। ਪਾਕਿਸਤਾਨ ਨੇ ਆਪਣੇ ਹਿਸਾਬ ਨਾਲ, ਇੰਡੀਆ ਨੇ ਆਪਣੇ ਹਿਸਾਬ ਨਾਲ ਡਿਫੈਂਡ ਕੀਤਾ ਹੈਗਾ। ਤੇ ਇਹ ਜਿਹੜੀ ਹੁਣ ਕਾਲ ਦਿੱਤੀ ਗਈ, ਇਹਦਾ ਅਸਰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹਦਾ ਅਸਰ ਕੀ ਹੋਣ ਵਾਲਾ ਹੈਗਾ ਇਸ ਦੇ ਨਾਲ? ਕੀ ਕਿਉਂਕਿ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਰਿਹਾ ਹੈਗਾ ਕਿ ਲੋਕਤੰਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਲਗਾਤਾਰ ਦੋਹਾਂ ਮੁਲਕਾਂ ਦੇ ਵਿੱਚ ਹੋ ਰਹੀ ਹੈ। ਨਾ ਤਾਂ ਪਾਕਿਸਤਾਨ ਵਾਲੇ ਪਾਸੇ ਕੋਈ ਲੋਕਤੰਤਰ ਦੀ ਆਵਾਜ਼ ਉਸ ਤਰੀਕੇ ਨਾਲ ਉੱਠ ਰਹੀ ਹੈ। ਜੇ ਇੰਡੀਆ ਦੀ ਗੱਲ ਕਰਦੇ ਸੀ, ਇੱਧਰਲੇ ਪਾਸੇ ਲੋਕਤੰਤਰ ਦੀ ਕਹਿੰਦੇ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਉੱਠ ਰਹੀ ਸੀ, ਪਰ ਹੁਣ ਇੱਧਰ ਵੀ ਵੱਡੇ ਸ਼ੰਕੇ ਨੇ। ਤਾਂ ਉਸ ਸਮੇਂ ਦੇ ਦੌਰਾਨ, ਉਸ ਮਾਹੌਲ ਦੇ ਦੌਰਾਨ ਇਹ ਕਾਲ ਆਉਣੀ, ਇਹ ਲੱਗਦਾ ਕਿ ਨਜ਼ਦੀਕੀ ਪ੍ਰਭਾਵ ਵੀ ਹੋਣਗੇ ਆਉਣ ਵਾਲੇ ਦਿਨਾਂ 'ਚ? ਬਿਲਕੁਲ ਜੀ। ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਵੱਲੋਂ ਪਹਿਲੀ ਵਾਰੀ ਇਹ ਉਪਰਾਲਾ ਕੀਤਾ ਗਿਆ ਆ, ਸਿੱਖ ਅਸੀਂ ਆਪਣੇ ਲੈਵਲ ਤੇ ਛੋਟੀਆਂ ਸੰਸਥਾਵਾਂ ਕਰ ਰਹੀਆਂ ਸੀ ਪਿਛਲੇ 4-5 ਸਾਲਾਂ ਤੋਂ, ਮਹਿਸੂਸ ਕਰਦੇ ਸੀ ਕਿ ਜਿਹੜਾ ਇਹ ਵੰਡ ਹੋਈ ਹੈ, ਇਹ ਗੈਰ ਕੁਦਰਤੀ ਵੰਡ, ਤੇ ਇਹ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਆ। ਇਹ ਦੋਨਾਂ ਮੁਲਕਾਂ ਦੀਆਂ ਜਿਹੜੀਆਂ ਸਦਨ ਨੇ, ਪਾਰਲੀਮੈਂਟ ਹੈ, ਉਹਨਾਂ ਦੇ ਵਿੱਚ ਛੋਟੀਆਂ ਕੋਈ ਰੇਲ ਗੱਡੀ ਦੇ ਐਕਸੀਡੈਂਟ ਹੋ ਜਾਂਦੇ, ਬੱਸ ਦੇ ਐਕਸੀਡੈਂਟ, ਉਹਨਾਂ ਤੇ ਪ੍ਰਸਤਾਵ ਪਾਸ ਕੀਤੇ ਜਾਂਦੇ ਆ, ਪਰ 10 ਲੱਖ ਪੰਜਾਬੀ ਮਰੇ ਆ, ਉਹ ਦੋਨਾਂ ਮੁਲਕਾਂ ਦੀਆਂ ਪਾਰਲੀਮੈਂਟ ਵਾਸਤੇ ਉਹ ਕੋਈ ਅਰਥ ਨਹੀਂ ਰੱਖਦੇ, ਕਿਉਂਕਿ ਉਹਨਾਂ ਦਾ ਕੋਈ ਸ਼ਰਧਾਂਜਲੀ, ਕੋਈ ਸ਼ਬਦ, ਅਫਸੋਸ ਦਾ ਸ਼ਬਦ ਉਹਨਾਂ ਤੇ ਪ੍ਰਗਟ ਨਹੀਂ ਕੀਤਾ ਗਿਆ। ਇਹ ਤੇ ਉਹਨਾਂ ਦੀ ਦੂਸਰੀ ਗੱਲ ਹੈ ਕਿ ਇਹ ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਆ। ਸਾਨੂੰ ਪੰਜਾਬੀਆਂ ਨੂੰ ਵੱਡੇ ਇੱਕ ਭਾਈਚਾਰੇ ਦੀ ਜ਼ਰੂਰਤ ਹੈ ਅੱਜ ਦੇ ਦੌਰ ਵਿੱਚ, ਜਦੋਂ ਉੱਧਰ ਵੀ ਕੱਟੜਵਾਦ ਜਿਸ ਤਰ੍ਹਾਂ ਫੈਲ ਰਹੀ ਹੈ, ਪਾਕਿਸਤਾਨ ਦੇ ਵਿੱਚ ਵੀ ਕੱਟੜਵਾਦੀਆਂ ਦਾ ਜ਼ੋਰ ਹੈ, ਇੱਧਰ ਵੀ ਸਾਡੇ ਸੰਪਰਦਾਇਕ ਜਿਹੜੇ ਲੋਕ ਨੇ, ਉਹ ਭਾਵੇਂ RSS ਦੇ ਝੰਡੇ ਥੱਲੇ ਹਿੰਦੂ ਰਾਸ਼ਟਰ ਦੀ ਗੱਲ ਕਰਨ, ਸਾਡੇ ਵੀ ਕੁਛ ਹੈਗੇ ਜਿਹੜੇ ਇਸ ਤਰ੍ਹਾਂ ਚੱਲ ਰਹੇ ਹੈਗੇ ਆ। ਸੋ ਇਹ ਚੀਜ਼ ਦਾ ਇੱਕੋ ਇੱਕ ਬਹੁਤ ਜਿਹੜਾ ਇਹ ਗੱਲ ਹੈਗੀ ਹੈ, ਜੇ ਇਸ ਨੂੰ ਬੂਰ ਪੈਂਦਾ ਆ ਜਾਂ ਸਾਰੇ ਪੰਥ ਦੇ ਵਿੱਚ ਸਵੀਕਾਰ ਕੀਤੀ ਜਾਂਦੀ ਹੈ, ਤੇ ਬਹੁਤ ਹੱਦ ਤੱਕ ਜਿਹੜਾ ਸਾਡਾ ਭਾਈਚਾਰਾ, ਜਿਹੜੀ ਸਾਡੇ ਸਾਰੇ ਸੰਸਾਰ ਤੇ ਸਿੱਖ ਰਹਿੰਦੇ ਆ, ਉਹਨਾਂ ਵਾਸਤੇ ਵੀ ਬਿਹਤਰ ਗੱਲ ਹੋਏਗੀ। ਦੂਜੀ ਗੱਲ ਜਿਹੜੀ ਅਕੈਡਮਿਕ ਤੌਰ ਤੇ ਤਾਂ ਹੈਗੀ ਆ। ਤੀਸਰੀ ਗੱਲ ਹੈ ਕਿ ਅਸੀਂ ਜਿਹੜੀ ਇਸ ਸਾਰੀ ਚੀਜ਼ ਨੂੰ ਸਮਝਣ ਵਾਸਤੇ ਹੁਣ ਅਸੀਂ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਹੈ ਉਹ ਪਬਲਿਸ਼ ਕਰ ਰਹੇ ਹੈਗੇ ਆ। ਉਹ ਧਨਵੰਤਰੀ ਤੇ PC ਜੋਸ਼ੀ ਦੀ ਹੈ। ਇਹ ਭਗਤ ਸਿੰਘ ਦੇ ਸਾਥੀ ਸੀ, 7 ਸਾਲ ਉਹਨਾਂ ਦੇ ਨਾਲ ਜੇਲ੍ਹ 'ਚ ਰਹੇ ਆ। ਇਹਨਾਂ ਨੇ ਆ ਕੇ ਰਿਪੋਰਟ ਲਿਖੀ ਆ, ਤੇ ਐਕਚੁਅਲੀ ਵੰਡ ਦੇ ਵਿੱਚ ਕੀ ਹੋਇਆ, ਕੀ ਉਹਦੇ ਸਾਰੇ ਜਿਹੜੇ ਡਿਮੈਂਸ਼ਨ ਨੇ ਇਸ ਰਿਪੋਰਟ ਦੇ ਵਿੱਚ ਨੇ। ਇਹ ਰਿਪੋਰਟ ਨਹਿਰੂ ਨੂੰ ਉਹਨਾਂ ਨੇ ਸੌਂਪੀ ਸੀ ਉਦੋਂ ਹੀ, ਉਸੇ ਸਾਲ ਮਹੀਨੇ ਦੇ ਅੰਦਰ ਹੀ। ਤੇ ਉਹ ਜਿਹੜੀ ਰਿਪੋਰਟ ਹੈ ਪਹਿਲੀ ਵਾਰੀ ਬਹੁਤ ਘੱਟ ਸਾਡੇ ਪਬਲਿਸ਼ ਹੋਈ ਹੈ, ਆਰਕਾਈਵ ਪਈ ਸੀ, ਅਸੀਂ ਉੱਥੋਂ ਮੰਗਾ ਕੇ ਇਹਨੂੰ ਪਬਲਿਸ਼ ਕੀਤਾ ਆ। ਤੁਸੀਂ ਦੱਸ ਵੀ ਰਹੇ ਸੀ ਕੁਝ, ਇਹ ਰਿਪੋਰਟ ਦੇ ਬਹੁਤ ਅਹਿਮ ਤੱਥ ਹੈਗੇ ਨੇ, ਕੁਝ ਬੜੇ ਖਾਸ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਅੱਜ ਤੱਕ ਪਤਾ ਨਹੀਂ, ਲੋਕਾਂ ਦੀਆਂ ਯਾਦਾਂ ਵਿੱਚ ਤਾਂ ਜੁੜੀਆਂ ਹੋਈਆਂ ਨੇ। ਜਿਸ ਤਰ੍ਹਾਂ ਜਸਪਾਲ ਜੀ ਨੇ ਕਿਹਾ, ਇਹ ਅਸੀਂ ਹਾਲੇ ਤੱਕ ਉਸ ਤਰ੍ਹਾਂ ਅਹਿਸਾਸ ਨਹੀਂ ਕੀਤਾ। ਇੱਧਰ ਵੀ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਪਾਕਿਸਤਾਨ 'ਚ ਵੰਡ ਵੇਲੇ ਜ਼ਿਆਦਾ ਇੱਥੇ ਕਤਲੇਆਮ ਕੀਤੇ ਸੀਗੇ ਪਿੰਡਾਂ ਦੇ ਵਿੱਚ, ਉਹ ਬੜੇ ਫਕਰ ਨਾਲ ਦੱਸਦੇ ਆ ਅਸੀਂ ਇੰਨੇ ਮੁਸਲਮਾਨ ਵੱਢਤੇ, ਜਿਵੇਂ ਕੋਈ ਬਹੁਤ ਵੱਡਾ ਧਰਮ ਦਾ ਕੰਮ ਕੀਤਾ। ਉੱਧਰ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਇੰਨੇ ਕਤਲ ਕੀਤੇ ਆ, ਤੇ ਉਹ ਹਾਲੇ ਤੱਕ ਉਹ ਕਿਸੇ ਲੈਵਲ ਤੇ ਉਹਨੂੰ ਬਹਾਦਰੀ ਦੇ ਕਿੱਸੇ ਵਜੋਂ ਲੈਂਦੇ ਆ। ਤੇ ਇਹਦੇ ਵਿੱਚ ਜਿਹੜਾ ਦੂਸਰਾ ਪੱਖ ਹੈ, ਕਿਉਂਕਿ ਇਸ ਰਿਪੋਰਟ ਦੇ ਵਿੱਚ ਦੱਸਿਆ ਪ੍ਰੈਸ ਦਾ ਰੋਲ ਕੀ ਸੀਗਾ। ਪ੍ਰੈਸ ਦਾ ਬਹੁਤ ਮਾੜਾ ਰੋਲ ਸੀ ਇਹਦੇ ਵਿੱਚ, ਮੀਡੀਆ ਦਾ ਬਹੁਤ ਮਾੜਾ ਰੋਲ ਸੀਗਾ ਉਸ ਵਕਤ, ਕਿਉਂਕਿ ਉਹ ਜਿਹੜਾ ਮੀਡੀਆ ਸੀ ਹਿੰਦੂ ਤੇ ਗੈਰ ਮੁਸਲਮਾਨ ਦੇ ਵਿੱਚ ਵੰਡ ਚੁੱਕਿਆ ਸੀਗਾ। ਉਹ ਜਿਹੜਾ ਸਾਡਾ ਇੱਧਰੋਂ ਮੀਡੀਆ ਸੀ, ਖਾਸ ਕਰਕੇ ਹਿੰਦੂ ਸਮਾਚਾਰ ਦਾ ਗਰੁੱਪ ਸੀਗਾ ਸਾਰਾ, ਇਹ ਲੋਕ ਸਿਰਫ ਪਾਕਿਸਤਾਨ ਦੇ ਵਿੱਚ ਜਿਹੜੇ ਹੋ ਰਹੇ ਸੀਗੇ ਮੁਸਲਮਾਨਾਂ ਭਾਈਚਾਰੇ ਦੇ ਲੋਕ ਜਿਹੜੇ ਕਤਲੇਆਮ ਕਰ ਰਹੇ ਸੀ, ਉਹਨਾਂ ਨੂੰ ਪੇਸ਼ ਕਰ ਰਹੇ ਸੀਗੇ। ਜਿਹੜੇ ਸਾਡੇ ਇੱਧਰਲੇ ਲੋਕ ਕਰ ਰਹੇ ਸੀ, ਮੁਸਲਮਾਨਾਂ ਦੇ ਪਿੰਡਾਂ ਦੇ ਵਿੱਚ ਕਤਲੇਆਮ ਕਰ ਰਹੇ ਸੀ, ਉਹਨਾਂ ਦੀ ਕੋਈ ਰਿਪੋਰਟ ਮੀਡੀਆ ਵਿੱਚ ਨਹੀਂ ਸੀਗੀ। ਤੇ ਉਹ ਇੱਕ ਦੂਜੇ ਦੇ ਥਾਵਾਂ ਤੇ ਭੜਕਾਇਆ ਜਾਂਦਾ, ਜਿੱਥੇ ਲੋਕ ਇਕੱਠੇ ਹੋਏ ਰਿਫਿਊਜੀ ਆਉਂਦੇ ਸੀ ਇੱਧਰ, ਉਹ ਸਾਰੀਆਂ ਗੱਲਾਂ ਦੱਸ ਕੇ, ਉਹ ਜਿਹੜੀਆਂ ਅਫਵਾਹਾਂ ਫੈਲਾ ਕੇ ਉਹ ਜਿਹੜਾ ਕਤਲੇਆਮ ਸੀਗਾ ਉਹਦਾ ਦੌਰ ਜਿਹੜਾ ਹੋਰ ਤਿੱਖਾ ਕੀਤਾ ਜਾ ਰਿਹਾ ਸੀਗਾ, ਕੋਈ ਖਾਸ ਮਕਸਦ ਨਾਲ ਸਾਰਾ ਕੁਝ। ਇਹ ਰਿਪੋਰਟ ਦੱਸੇਗੀ ਕਿ ਉਹਨਾਂ ਦੀ ਕੀ ਮਕਸਦ ਕੀ ਸੀ ਇਸ ਸਾਰੇ ਚੀਜ਼ ਨੂੰ, ਜਿਹੜੀਆਂ ਅਫਵਾਹਾਂ ਫੈਲਾ ਰਹੇ ਸੀਗੇ। ਤੇ ਉਹ ਜਿਹੜਾ ਉਹਦੇ ਵਿੱਚ ਸੀਗਾ ਮੇਨ, ਸਾਡੇ ਵਿੱਚ ਜਿਹੜੇ ਜਿਹੜੀ ਵੱਡੀ ਗੱਲ ਹੈਗੀ ਆ
ਕਿ ਅੰਮ੍ਰਿਤਸਰ ਜਿਹੜਾ ਗੁਰੂਆਂ ਦੀ ਧਰਤੀ ਹੈ, ਪਵਿੱਤਰ ਧਰਤੀ ਹੈ, ਜਿੱਥੇ ਸਿੱਖਾਂ ਦੇ ਲੱਖਾਂ ਸਿੱਖਾਂ ਦੇ ਖੂਨ ਜਿਹੜੇ ਆ ਡੁੱਲੇ ਹੋਏ ਆ, ਸ਼ਹੀਦਾਂ ਨੇ ਆਪਣੀਆਂ ਪਰੰਪਰਾਵਾਂ ਲਈ, ਆਪਣੇ ਸਿਧਾਂਤਾਂ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਉਸੇ ਸ਼ਹਿਰ ਦੇ ਵਿੱਚ ਉਸ ਪੰਥ ਦੇ ਵਾਰਸ ਕਹਾਉਣ ਵਾਲੇ ਜਿਹੜੇ ਠੇਕੇਦਾਰ ਸੀਗੇ, ਉਹਨਾਂ ਦੀ ਨਿਗਰਾਨੀ ਥੱਲੇ ਔਰਤਾਂ ਨੂੰ ਨੰਗੀਆਂ ਕਰਕੇ ਉੱਥੇ ਬਾਜ਼ਾਰਾਂ ਵਿੱਚ ਜਲੂਸ ਕੱਢਿਆ ਜਾਣਾ, ਇਸ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ। ਬਹੁਤ ਸਾਰੇ ਹੋਰ ਵੀ ਲੇਖਕਾਂ ਨੇ ਜਿਹੜੇ ਚਸ਼ਮਦੀਦ ਸੀ, ਉਹਨਾਂ ਨੇ ਇਸ ਪਹਿਲਾਂ ਵੀ ਇਹਦੇ ਇਸ਼ਾਰੇ ਕੀਤੇ ਹੋਏ ਆ। ਸੋ ਇਹ ਪੱਖ ਪਹਿਲੀ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਪੰਜਾਬੀਆਂ ਦਾ ਕਮਜ਼ੋਰ ਪੱਖ ਹੈ, ਮਾੜਾ ਪੱਖ ਹੈ, ਇਹਦੇ ਤੇ ਸਾਨੂੰ ਪਛਤਾਪ ਹੈ। ਅਸੀਂ ਤਾਂ ਇਸ ਅਰਦਾਸ ਦੇ ਨਾਲ ਇੱਕ ਪਛਤਾਪ ਵੀ ਮਨਾਉਣਾ ਚਾਹੁੰਦੇ ਹਾਂ ਕਿ ਇਹ ਪਛਤਾਪ ਹੈ ਜਿਹੜੇ ਵੀ ਸਾਡੇ ਬਜ਼ੁਰਗਾਂ ਤੋਂ ਉਸ ਵਕਤ ਗਲਤੀ ਹੋਈ, ਭਾਵੇਂ ਉਹ ਜਿਹੜਾ ਮਾਹੌਲ ਬਣਿਆ ਸੀ, ਉਸ ਮਾਹੌਲ ਵਿੱਚ ਜਿਹੜਾ ਆ ਇਹ ਟਰੈਪ 'ਚ ਆ ਗਏ, ਕਿਉਂਕਿ ਸਰਕਾਰ, ਕੁਝ ਸ਼ਕਤੀਆਂ ਚਾਹੁੰਦੀਆਂ ਸੀ ਇਹ ਕੁਛ ਹੋਵੇ ਇਸ ਤਰ੍ਹਾਂ ਦਾ। ਉਹਨਾਂ ਨੇ ਆਪਣੇ ਜਿਹੜੇ ਆ ਸਿਆਸੀ ਮੰਤਵ ਪੂਰੇ ਕਰਨੇ ਸੀਗੇ। ਸੋ ਪਹਿਲੀ ਵਾਰੀ ਇਹ ਪੱਖ ਆ ਰਿਹਾ ਆ, ਅਤੇ ਸਾਰੇ ਸੰਸਾਰ ਦੇ ਵਿੱਚ ਪੰਥ ਖਾਲਸਾ ਇਸ ਚੀਜ਼ ਨੂੰ ਇਸ ਤਰ੍ਹਾਂ ਮਹਿਸੂਸ ਕਰੇਗਾ, ਜਾਂ ਅਸੀਂ ਕਿ ਅਕਾਲ ਤਖਤ ਸਾਹਿਬ ਨੇ ਪਹਿਲੀ ਵਾਰੀ ਯਤਨ ਕੀਤਾ ਆ, ਅਸੀਂ ਇਹਦੀ ਪ੍ਰਸ਼ੰਸਾ ਕਰਦੇ ਹਾਂ ਕਿ ਇਹ ਯਤਨ ਭਾਵੇਂ ਬਹੁਤ ਦੇਰ ਹੋ ਗਈ, ਸਾਨੂੰ ਉਦੋਂ ਹੀ ਕਰਨਾ ਚਾਹੀਦਾ ਸੀਗਾ। ਸਾਡੇ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਏਤੀ ਮਾਰ ਪੈ ਕਰ ਲਾਣੇ ਮੌਕੇ 'ਤੇ ਕਹਿੰਦੇ ਆ, ਉਹ ਵੱਡੀਆਂ ਸ਼ਕਤ। ਜਦੋਂ ਇਸ ਤਰ੍ਹਾਂ ਦਾ ਕੋਈ ਪਾਪ ਹੁੰਦਾ ਆ ਤੇ ਉਹਨੂੰ ਮੌਕੇ 'ਤੇ ਕਹਿਣਾ ਚਾਹੀਦਾ ਆ, ਜੇ ਕੋਈ ਗਲਤੀ ਹੋਵੇ ਤਾਂ ਮੌਕੇ 'ਤੇ ਅਹਿਸਾਸ ਕਰਨਾ ਚਾਹੀਦਾ। ਲੇਕਿਨ ਅਸੀਂ 70 ਸਾਲਾਂ ਬਾਅਦ ਇਹ ਅਹਿਸਾਸ ਕਰਨੇ ਆ, ਫਿਰ ਵੀ ਅਸੀਂ ਇਹਦਾ ਸਵਾਗਤ ਕਰਦੇ ਹਾਂ, ਅਤੇ ਇਸ ਜਿਹੜਾ ਵਰਤਾਰਾ ਹੈ ਇਹਨੂੰ ਅੱਗੇ ਜਿਹੜਾ ਆ ਵਧਣਾ ਚਾਹੀਦਾ, ਇਹਦਾ ਫਲਾਹ ਹੋਣਾ ਚਾਹੀਦਾ। ਪੰਜਾਬੀ ਭਾਈਚਾਰਾ ਜਿਹੜਾ ਆ ਇਹਦੇ ਨਾਲ ਮਜ਼ਬੂਤ ਹੋਏਗਾ, ਵਿਸ਼ਵ ਭਾਈਚਾਰਾ ਜਿਹੜਾ ਆ ਉਹਨੂੰ ਇਹਦੇ ਨਾਲ ਬਲ ਮਿਲੇਗਾ। ਜਸਪਾਲ ਜੀ, ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਹਰੇਕ ਸਿਆਸੀ ਧਿਰ ਆਪਣੀ ਕੋਸ਼ਿਸ਼ ਕਰਦੀ ਹੁੰਦੀ ਹੈ ਇਹਨਾਂ ਮੌਕਿਆਂ 'ਤੇ ਵੀ ਆਪਣੇ ਕੈਡਰ ਨੂੰ ਇਕੱਠਿਆਂ ਕਰਨ ਦੀ, ਕਿਉਂਕਿ 2024 ਆ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਭ ਨੂੰ ਨਾਅਰਾ ਦਿੱਤਾ ਹੋਇਆ ਕਿ ਹਰੇਕ ਘਰ ਦੇ ਉੱਪਰ ਤਿਰੰਗਾ ਲਹਿਰਾਓ। ਅਰਵਿੰਦ ਕੇਜਰੀਵਾਲ ਕਹਿੰਦੇ ਕਿ 14 ਦੀ ਸ਼ਾਮ ਨੂੰ ਸਾਰਿਆਂ ਨੇ ਜਿਹੜਾ ਰਾਸ਼ਟਰੀ ਗੀਤ ਹੈ ਉਹਦਾ ਗਾਇਨ ਕਰਨਾ ਹੈਗਾ। ਤਾਂ ਅਜਿਹੇ ਮਾਹੌਲ ਦੇ ਵਿੱਚ ਸਿਮਰਨਜੀਤ ਮਾਨ ਕਹਿੰਦੇ ਕਿ ਤਿਰੰਗਾ ਨਹੀਂ, ਕੇਸਰੀ ਝੰਡਾ ਲਹਿਰਾਇਆ ਜਾਵੇ। ਲੱਗਦਾ ਕਿ ਇਸ ਮਾਹੌਲ ਦੇ ਵਿੱਚੋਂ ਕਿਉਂਕਿ ਅਸੀਂ, ਜਿਵੇਂ ਹੁਣ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਖੁਸ਼ਹਾਲ ਜੀ ਵੀ ਜ਼ਿਕਰ ਕਰ ਰਹੇ ਸੀ ਕਿ ਪਛਤਾਚਾਪ ਦਿਹਾੜਾ ਹੈਗਾ, ਕੋਈ ਆਜ਼ਾਦੀ ਤਾਂ ਨਹੀਂ ਹੈਗੀ, ਕਿਉਂਕਿ ਪੰਜਾਬ ਲਈ ਤਾਂ ਬੜਾ ਨੁਕਸਾਨਦੇਹ ਰਿਹਾ ਮਾਹੌਲ ਪੂਰਾ। ਤਾਂ ਇਹ ਜਿਹੜੀ ਸਿਆਸਤ ਹੋ ਰਹੀ ਹੈ, ਭਾਜਪਾ ਆਪਣੇ ਤੌਰ 'ਤੇ, ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਆਪਣੇ ਤੌਰ 'ਤੇ, ਸਿਮਰਨਜੀਤ ਮਾਨ ਆਪਣੇ ਤੌਰ 'ਤੇ ਕਰ ਰਹੇ ਨੇ, ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਪਹਿਲੀ ਗੱਲ ਤਾਂ ਸ਼ਾਇਦ ਪਾਠਕਾਂ ਲਈ ਇੱਕ ਗੱਲ ਜਾਂ ਵਿਊਅਰ ਲਈ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਕੇਂਦਰੀ ਸਿੰਘ ਸਭਾ ਵੱਲੋਂ ਬੋਲ ਰਹੇ ਹਾਂ, ਤੇ ਇਹ ਖੁਸ਼ਹਾਲ ਸਿੰਘ ਜਨਰਲ ਸੈਕਟਰੀ ਆ, ਤੇ ਮੈਂ ਵੀ ਕੇਂਦਰੀ ਸਿੰਘ ਸਭਾ ਨਾਲ ਜੁੜਿਆ ਹੋਇਆ, ਤੇ ਇਸ ਕਰਕੇ ਜਿਹੜੇ ਅਸੀਂ ਪ੍ਰੋਗਰਾਮ ਕਰਾ ਰਹੇ ਹਾਂ ਕੇਂਦਰੀ ਸਿੰਘ ਸਭਾ ਵੱਲੋਂ ਕੀਤੇ ਆ। ਰਿਪੋਰਟ ਜੀ ਦਾ ਬਹੁਤ ਵਿਸਥਾਰ ਨਾਲ ਖੁਸ਼ਹਾਲ ਸਿੰਘ ਨੇ ਗੱਲ ਕੀਤੀ ਹੈ। ਇਹ ਕੇਂਦਰੀ ਸਿੰਘ ਸਭਾ ਛਾਪ ਰਹੀ ਹੈ, ਤੇ ਪਹਿਲੀ ਵਾਰ ਛਾਪ ਰਹੀ ਹੈ 75 ਸਾਲਾਂ 'ਚ। ਇਹ ਰਿਪੋਰਟ ਦੀ ਮਹੱਤਤਾ ਥੋੜ੍ਹੀ ਜਿਹੀ ਇਹਦੇ 'ਚ ਐਡ ਕਰਨਾ ਚਾਹੁੰਦਾ। ਗੱਲ ਇੰਨੀ ਮਹੱਤਤਾ ਜ਼ਿਆਦਾ ਹੈ ਵੀ 25 ਅਗਸਤ ਨੂੰ ਹਜੇ ਸਾਰਾ ਕੁਝ ਮਾਰਮਰਾਈ ਹੋ ਰਹੀ ਸੀ ਦੋਨੋਂ ਪਾਸੇ। 15-14 ਅਗਸਤ ਨੂੰ ਸਾਰੇ ਦੇਸ਼ ਵੰਡੇ ਗਏ, ਲਾਈਨ ਖਿੱਚੀ ਗਈ, ਤਾਂ ਇਹ 25 ਅਗਸਤ ਨੂੰ ਜਿਹੜੀ ਮਾਰਮਰਾਈ ਦੀ ਫਰੈਸ਼ ਰਿਪੋਰਟ ਤੇ ਆਥੈਂਟਿਕ ਰਿਪੋਰਟ, ਮੌਕੇ ਦੀ ਜਿਹੜੀ ਰਿਪੋਰਟ ਹੈ, ਉਹ ਨਹਿਰੂ ਨੂੰ PC ਜੋਸ਼ੀ ਕਾਂਗਰਸ ਪਾਰਟੀ ਦਾ ਲੀਡਰ ਸੀ, ਧਨਵੰਤਰੀ ਕਾਂਗਰਸ ਦਾ ਲਾਹੌਰ ਦਾ ਪ੍ਰੈਜ਼ੀਡੈਂਟ ਰਿਹਾ, ਧਨਵੰਤਰੀ ਔਰ ਸ਼ਹੀਦ ਭਗਤ ਸਿੰਘ ਦਾ ਸਾਥੀ ਸੀ, ਉਹਦੇ ਨਾਲ ਜੇਲ੍ਹ ਵੀ ਰਿਹਾ, ਤੇ ਇਹ ਨਾਲ ਫਿਰ ਬਾਬਾ ਗੁਰਮੁਖ ਸਿੰਘ ਲਲਤੋਂ ਗਿਆ, ਤਿੰਨੇ ਜਾ ਕੇ ਦਿੱਲੀ ਨੂੰ ਦੇ ਕੇ ਆਏ ਆ ਸਾਰਾ ਕੁਝ। ਇਸ ਕਰਕੇ ਇਸ ਰਿਪੋਰਟ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਤੇ ਇਹ ਖਾਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਦਿੱਲੀ 'ਚ ਸੀ, ਉੱਥੋਂ ਸਾਨੂੰ ਇਹ ਮਿਲੀ ਹੈ, ਤੇ ਉਸ ਨੂੰ ਪਹਿਲੀ ਵਾਰੀ ਛਾਪ ਕੇ ਅਸੀਂ ਪੰਜਾਬ 'ਚ ਵੰਡ ਰਹੇ ਹਾਂ। ਅਸੀਂ ਪੰਜਾਬੀ 'ਚ ਵੀ ਇਹਨੂੰ ਛਾਪਾਂਗੇ। ਦੂਸਰੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਿਆ ਵੀ ਅਸੀਂ ਸਪਸ਼ਟ ਰੂਪ 'ਚ ਕਹਿਣਾ ਚਾਹੁੰਦੇ ਹਾਂ ਵੀ ਵੰਡ ਦੇਸ਼ ਦੀ ਨਹੀਂ ਹੋਈ। ਜਦੋਂ ਡਿਮਾਂਡ ਇਹ ਸੀ ਕਿ ਜਿਨਾਹ ਨੇ ਤੇ ਕਾਂਗਰਸ ਦਾ ਰੌਲਾ ਚੱਲ ਰਿਹਾ ਸੀਗਾ, ਮੁਸਲਿਮ ਲੀਗ ਦਾ, ਦੋਨਾਂ ਦਾ ਇਹ ਰਿਹਾ ਸੀ ਵੀ ਜਿਨਾਹ ਜਾਂ ਮੁਸਲਿਮ ਲੀਗ ਕਹਿੰਦੀ ਅਸੀਂ ਦੋ ਨੇਸ਼ਨ ਹੈ ਸਾਡੀਆਂ, ਤੇ ਇਹ ਹਿੰਦੂ ਵੱਖ ਨੇਸ਼ਨ ਹੈ, ਮੁਸਲਮਾਨ ਵੱਖ ਹੈ, ਅਸੀਂ ਇਕੱਠੇ ਨਹੀਂ ਰਹਿ ਸਕਦੇ। ਉਹ ਦੇਸ਼ ਦੇ ਲੈਵਲ ਤੇ ਗੱਲ ਹੋ ਰਹੀ ਸੀ, ਦੇਸ਼ ਦੀ ਗੱਲ ਪਾਸੇ ਰਹਿ ਗਈ, ਪੰਜਾਬ ਵੰਡਿਆ ਗਿਆ। ਪੰਜਾਬ ਤੇ ਬੰਗਾਲ ਹੀ ਵੰਡੇ ਗਏ ਨਾ, ਤੇ ਬੰਗਾਲ ਵਿੱਚ ਉਹ ਗੱਲ ਉਨੀ ਮਾਰਮਰਾਈ ਨਹੀਂ ਹੋਈ ਜਿਹੀ ਜੀ ਪੰਜਾਬ 'ਚ ਹੋਈ ਹੈ। ਅਸਲ ਵਿੱਚ ਜਿਹੜਾ ਸਾਰੀ ਜਿਹੜੀ ਇਹ ਵੰਡ ਹੋਈ ਹੈ ਉਹ ਪੰਜਾਬ ਦੀ ਹੋਈ ਹੈ, ਦੇਸ਼ ਦੀ ਤਾਂ ਹੋਈ ਨਹੀਂ। ਇਸ ਕਰਕੇ ਆਜ਼ਾਦੀ ਦਾ ਮੁੱਲ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਤਾਰਿਆ, ਤੇ ਪੰਜਾਬੀਆਂ ਦਾ ਹੀ ਨੁਕਸਾਨ ਹੋਇਆ, ਤੇ ਇਹ ਉਸ ਮੁੱਲ ਦੇ ਕਰਕੇ ਹੁਣ ਵੀ ਬਾਰਡਰ ਸਾਡੇ ਸਿਰ ਤੇ ਹੋ ਗਿਆ।
ਹੁਣ ਵੀ 3 ਲੜਾਈਆਂ ਜਿਹੜੀਆਂ ਪਾਕਿਸਤਾਨ ਤੇ ਇੰਡੀਆ ਦੀਆਂ ਹੋਈਆਂ ਉਹ ਵੀ ਸਾਡੇ ਬਾਰਡਰ ਤੇ ਹੋਈਆਂ। ਤੇ ਹੁਣ ਵੀ ਸਾਡਾ 50 ਕਿਲੋਮੀਟਰ ਅੰਦਰ ਤੱਕ ਤਾਂ ਸਾਰਾ ਏਰੀਆ BSF ਨੂੰ ਦਿੱਤਾ ਹੋਇਆ ਤੇ ਸਾਰਾ ਕੁਝ ਸੈਂਟਰ ਦੇ ਥੱਲੇ ਹੀ ਆ। ਇਸ ਕਰਕੇ ਸਾਨੂੰ ਪੰਜਾਬ ਦਾ ਹੀ ਨੁਕਸਾਨ ਸਭ ਤੋਂ ਵੱਡਾ ਉਦੋਂ ਹੋਇਆ ਤੇ ਹੁਣ ਤੱਕ ਹੋ ਰਿਹਾ। ਇਸ ਕਰਕੇ ਸਾਨੂੰ ਬਿਲਕੁਲ ਇਹ ਬਹੁਤ ਹੀ ਚੰਗਾ ਸਟੈਪ ਹੈ ਜਿਹਦੇ ਵਿੱਚੋਂ ਸਾਰੀਆਂ ਗੱਲਾਂ ਨਿੱਤਰ ਕੇ ਆਉਣਗੀਆਂ ਵੀ ਇਹ ਕੀ ਹੋ ਰਿਹਾ 75 ਸਾਲਾਂ ਦਾ ਤੋਂ ਬਾਅਦ ਹੋਇਆ। ਚਲੋ ਦੇਰ ਆਏ ਦਰੁਸਤ ਆਏ, 75 ਸਾਲਾਂ ਬਾਅਦ ਵੀ ਇਹ ਸਾਰੀ ਗੱਲ ਸਾਡੇ ਸਾਹਮਣੇ ਆ ਗਈ ਹੈ ਤੇ ਲੋਕ ਇਹਦੇ ਤੇ ਗੱਲ ਕਰਨ ਨੂੰ ਤਿਆਰ ਹੋ ਗਿਆ। ਇਦੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ। ਇਹ ਪੋਲਿਟਿਕਸ ਸਾਰੇ ਸਬ ਕੰਟੀਨੈਂਟ ਵਿੱਚ ਚੇਂਜ ਹੋ ਜੂ। ਆਹ 2 ਗੱਲਾਂ ਨਾਲ ਹੀ ਚੇਂਜ ਹੋ ਜਾਣੇ, ਅਕਾਲ ਤਖਤ ਦੀ ਕਾਲ ਨਾਲ ਹੀ ਸਾਰੀ ਜਿਹੜੀ ਸਿਆਸਤ ਹੈ ਇੰਡੀਅਨ ਸਬ ਕੰਟੀਨੈਂਟ 'ਚ ਉਹਦੇ 'ਚ ਸਾਰੇ 'ਚ ਤਬਦੀਲੀ ਆ ਜਾਣੀ ਹੈ। ਤੇ ਇਹ ਇੱਕ ਤਰ੍ਹਾਂ ਦਾ ਇਹ ਹਿੰਦੂ ਰਾਸ਼ਟਰਵਾਦ ਨੂੰ ਠੱਲ ਵੀ ਪੈਣੀ ਹੈ ਤੇ ਹੋਰ ਇਸ ਕਿਸਮ ਦੀਆਂ ਜਿਹੜੀਆਂ ਐਕਸਕਲੂਸਿਵ ਪਾਸੇ ਵੱਖਵਾਦੀ ਚੱਲਦੀਆਂ ਕਈ ਇਹੋ ਜਿਹੀਆਂ ਇਸ ਲੈਵਲ ਦੀਆਂ ਉਹਨਾਂ ਨੂੰ ਠੱਲ ਵੀ ਪਊਗੀ। ਕਿਉਂਕਿ ਉਸ ਦਿਨ ਅਕਾਲ ਤਖਤ ਦੇ ਜਥੇਦਾਰ ਨੇ ਕਾਲ ਕੀਤਾ ਮੁਸਲਿਮ ਲੀਡਰਾਂ ਨੂੰ, ਮੁਸਲਿਮ ਜਿਹੜੇ ਇਮਾਮ ਹੈ, ਸ਼ਾਹੀ ਇਮਾਮ ਹੈ, ਉਹਨੂੰ ਵੀ ਬੁਲਾਇਆ ਅਕਾਲ ਤਖਤ ਤੇ ਹਿੰਦੂ ਲੀਡਰਾਂ ਨੂੰ ਵੀ ਬੁਲਾਇਆ। ਤੇ ਇਸ ਕਰਕੇ ਉਹਨਾਂ ਨੂੰ ਵੀ ਕੁਛ ਨਾ ਕੁਛ ਆਪਣੇ ਦਿਲੋਂ ਕਹਿਣਾ ਪਏਗਾ। ਬਹੁਤੀ ਦੇਰ ਤੱਕ ਲਹਿੰਦੇ ਪੰਜਾਬ 'ਚ ਵੀ ਲੋਕ ਚੁੱਪ ਕਰਕੇ ਨਹੀਂ ਬੈਠਣਗੇ। ਜਿਹੜਾ ਸਵਾਲ ਕਰ ਰਿਹਾ ਸੀ ਕਿ ਇਹ ਜਿਹੜੀ ਪੋਲਿਟਿਕਸ ਹੋ ਰਹੀ ਹੈ ਝੰਡਿਆਂ ਦੀ, ਰਾਸ਼ਟਰੀ ਗੀਤਾਂ ਦੀ ਜਾਂ ਤਿਰੰਗਿਆਂ ਦੀ, ਇਹ ਲੱਗਦਾ ਨਹੀਂ ਕਿ ਇਹ ਚਿੰਤਾ ਦਾ ਵਿਸ਼ਾ ਹੈ ਵੀ ਇਹ ਉਹੀ ਪੋਲਿਟਿਕਸ ਹੈ ਜਿਹਨੇ ਪੰਜਾਬ ਵੰਡਿਆ, ਜਿਹਨੇ ਸਾਡੇ 10 ਲੱਖ ਲੋਕ ਮਾਰੇ, ਉਹੀ ਪੋਲਿਟਿਕਸ ਹੁਣ ਹੋ ਰਹੀ ਹੈ। ਕਿਉਂਕਿ ਇਹ ਇੱਕ ਦਿਨ ਤਾਂ ਕੋਈ ਨੇਸ਼ਨ ਪੱਕੀ ਨਹੀਂ ਹੋਈ। ਉਧਰ ਪਾਕਿਸਤਾਨ ਦੀ ਨੇਸ਼ਨ ਹਜੇ ਤੱਕ ਨਹੀਂ ਬਣੀ ਇੱਕ ਨੇਸ਼ਨ, ਇਹਨਾਂ ਤੋਂ ਵੀ ਨਹੀਂ ਇੱਕ ਨੇਸ਼ਨ ਬਣਦੀ। ਇਹ ਨੇਸ਼ਨ ਨੂੰ ਆਪਦੀ ਨੂੰ ਪੱਕਾ ਕਰਨਾ, ਨੇਸ਼ਨ ਸਟੇਟ ਬਣਾਉਣ ਦਾ ਜਿਹੜਾ ਵੈਸਟ ਦਾ ਕਨਸੈਪਟ ਹੈ ਉਸ ਲੈਵਲ ਤੇ ਉਹਨੂੰ ਪੱਕਾ ਕਰ ਰਹੇ ਹੈ। ਤੇ ਇੱਕ BJP ਆਪਣੀ ਵੋਟ ਬੈਂਕ ਤਿਆਰ ਕਰ ਰਹੀ ਹੈ, ਉਸ ਨੂੰ ਕਿਸੇ ਦਾ ਸਵਾਲ ਨਹੀਂ ਹੈ ਵੀ ਕੀ ਹੈ ਗਰੀਬ ਅਮੀਰ ਦਾ ਨਹੀਂ ਰੌਲਾ। ਇਹਦੇ ਰਾਹੀਂ ਉਹ ਹਿੰਦੂਤਵਾਦੀ ਪੋਲਿਟਿਕਸ ਪਲੇ ਕਰ ਰਹੀ ਹੈ, ਉਹੀ ਪਲੇ ਪੋਲਿਟਿਕਸ ਕਰਦੇ ਆ। ਅਸੀਂ ਕਹਿੰਦੇ ਆ ਵੀ ਹਿੰਦੂਤਵਾਦੀ ਪੋਲਿਟਿਕਸ ਜਾਂ ਇੱਥੇ ਦੂਜੇ ਪਾਸੇ ਇਸਲਾਮ ਦੇ ਨਾਲ ਜੁੜੀਆਂ ਪੋਲਿਟਿਕਸ ਦੀਆਂ ਜਿਹੜੀਆਂ ਧਰਾਵਾਂ, ਇਹ ਦੋਨੋਂ ਹੀ ਲੋਕਾਂ ਦਾ ਨੁਕਸਾਨ ਕੀਤਾ। 75 ਸਾਲ ਨੇ ਤਾਂ ਸਾਬਤ ਕਰ ਦਿੱਤਾ ਵੀ 3 ਜੰਗਾਂ ਲੜ ਲਈਆਂ ਤੇ ਕੋਈ ਗੱਲ ਨਹੀਂ ਹੋਈ, ਸਾਰਾ ਨਾ ਕੋਈ ਫੈਸਲਾ ਹੋਇਆ ਸਾਡਾ, ਇੱਕ ਦੂਜੇ ਨੂੰ ਮਾਰੀ ਗਏ। ਅਸੀਂ ਦੋਨੋਂ ਜਿਹੜੀਆਂ ਪਾਕਿਸਤਾਨ ਤੇ ਇੰਡੀਆ ਸਟੇਟਸ ਹੈ, ਮੁਲਕ ਹੈ, ਦੋਨੋਂ ਨਿਊਕਲੀਅਰ ਹੋ ਗਏ। ਹੋਰ ਵੀ ਜ਼ਿਆਦਾ ਤਬਾਹੀ ਦੀ ਅਸੀਂ ਹਥਿਆਰ ਪੈਦਾ ਕਰ ਲਏ ਆ ਆਪਸ ਦੀ ਲੜਾਈ ਕਰਕੇ, ਉੱਥੇ ਹੀ ਲੜਾਈ ਖੜੀ ਹੈ। ਇਸ ਕਰਕੇ ਇਹਦਾ ਅੰਤ ਹੋਣਾ ਚਾਹੀਦਾ। ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਕਾਲ ਹੈ ਇਹਦੇ ਵੱਲ ਨੂੰ, ਇਹਨੂੰ ਰੋਕਣ ਲਈ, ਹਾਲਟ ਕਰਨ ਲਈ ਇਹ ਜਿਹੜੀ ਰੇਸ ਹੈ, ਆਰਮ ਰੇਸ ਲੱਗੀ ਵੀ ਹੈ, ਉਸ ਲਈ ਬਹੁਤ ਵੱਡਾ ਸਟੈਪ ਹੈ ਜੀ। ਖੁਸ਼ਹਾਲ ਜੀ, ਇੱਕ ਬੜੀ ਅਹਿਮ ਚੀਜ਼ ਕੰਟਰਾਡਿਕਟਰੀ ਰਹੀ ਹੈ, ਹਮੇਸ਼ਾ ਬੜੇ ਵੱਡੇ ਸਵਾਲ ਰਹੇ ਨੇ ਇਸ ਚੀਜ਼ ਨੂੰ ਲੈ ਕੇ ਵੀ ਕਿ ਇਹ ਵੰਡ ਹੋਣੀ ਨਹੀਂ ਸੀ। ਇਹ ਵੰਡ ਬੜੇ ਪਲਾਨਡ ਤਰੀਕੇ ਨਾਲ ਕੀਤੀ ਗਈ ਹੈ। ਇਹਦੇ ਵਿੱਚ ਇਹ ਵੀ ਚੀਜ਼ਾਂ ਨੇ ਕਿ ਪੰਜਾਬ ਦਾ ਵੱਡਾ ਨੁਕਸਾਨ ਹੋਇਆ। ਨਾਲ ਦੀ ਨਾਲ ਉਸ ਵੇਲੇ ਜਿਵੇਂ ਸਿੱਧੂ ਸਾਹਿਬ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੱਸਿਆ ਨਹੀਂ ਗਿਆ ਵੀ ਉਹਨਾਂ ਦੀ ਜਾਨ ਚਲੇ ਗਈ ਹੈ, ਜਾਂ ਉਹਨਾਂ ਨੂੰ ਨਾ ਤਾਂ ਦੋਹਾਂ ਸਰਕਾਰਾਂ ਨੇ, ਭਾਵੇਂ ਕਿ ਪਾਕਿਸਤਾਨ ਦੀ ਸਰਕਾਰ ਹੋਵੇ ਚਾਹੇ ਭਾਰਤ ਦੀ ਸਰਕਾਰ ਹੋਵੇ, ਗਿਣਤੀ 'ਚ ਨਹੀਂ ਆਏ, ਜ਼ਮੀਨਾਂ ਤੇ ਕਬਜ਼ੇ ਹੋਏ, ਸਾਰਾ ਕੁਝ ਹੋਇਆ। ਲੱਗਦਾ ਕਿ ਇਹ ਸਵਾਲ ਹਮੇਸ਼ਾ ਰਹੇਗਾ ਕਿ ਇਹ ਵੰਡ ਹੋਣੀ ਨਹੀਂ ਸੀ, ਜਾਣਬੁੱਝ ਕੇ ਕਰਵਾਈ ਗਈ। ਬਿਲਕੁਲ ਇਹ ਗੈਰ ਕੁਦਰਤੀ ਵੰਡ ਹੈਗੀ ਆ। ਇਹ ਵੰਡ ਜਿਹੜੇ ਆਰਟੀਫਿਸ਼ੀਅਲ ਜਿਹੜੇ ਸਾਰੀ ਤਰੀਕੇ ਨਾਲ ਕੀਤੀ ਗਈ ਹੈ, ਇਹ ਕੁਦਰਤੀ ਤੌਰ ਤੇ ਸਾਡਾ ਕੋਈ ਵੱਖਰਾ ਨਹੀਂ ਸੀਗਾ ਸਿਸਟਮ। ਤੇ ਦੂਸਰੀ ਗੱਲ ਹੈ ਕਿ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ, ਜਿਹੜੀਆਂ ਇਹ ਹੁਣ ਝੰਡਿਆਂ ਦੀ ਪੋਲਿਟਿਕਸ ਹੈ, ਤੇ ਮੈਂ ਇਵੇਂ ਸਮਝਦਾ ਸੀ ਕਿ ਸਾਡਾ ਜਿਹੜਾ ਨਿਸ਼ਾਨ ਸਾਹਿਬ ਬਹੁਤ ਪਵਿੱਤਰ ਹੈ, ਇਹਨੂੰ ਪੋਲੀਟੀਕਲ ਪਰਪਸ ਵਾਸਤੇ ਉਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ ਜਿਸ ਤਰ੍ਹਾਂ ਦੇ ਦੇਸ਼ਾਂ ਦੇ ਝੰਡਿਆਂ ਨੂੰ ਵਰਤਿਆ ਜਾਂਦਾ ਆ। ਕਿਉਂਕਿ ਜਦੋਂ ਦੇਸ਼ਾਂ ਦੇ ਝੰਡੇ ਵਰਤੇ ਜਾਂਦੇ ਆ ਤੇ ਉੱਥੇ ਕੁਦਰਤੀ ਜਿਹੜੇ ਵਿਰੋਧੀ ਲੋਕ ਆ, ਜਿਹੜੇ ਉਹਨਾਂ ਸੰਤੁਸ਼ਟ ਨਹੀਂ ਹੁੰਦੇ, ਉਹ ਝੰਡਿਆਂ ਨੂੰ ਪ੍ਰਤੀਕਰਮ ਵਜੋਂ ਅੱਗ ਵੀ ਲਾਉਂਦੇ ਆ, ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਆ। ਤੇ ਕੱਲ ਨੂੰ ਜੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਵਰਤਾਂਗੇ, ਨਿਸ਼ਾਨ ਸਾਹਿਬ ਨੂੰ ਵਰਤੋਂ ਕਰਾਂਗੇ ਜਿਸ ਤਰ੍ਹਾਂ ਪੋਲੀਟੀਕਲ ਲੋਕ ਕਰਨ ਲੱਗੇ ਹੋਏ ਨੇ, ਤੇ ਫਿਰ ਵਿਰੋਧੀ ਧਿਰ ਉਹਦੇ ਜਿਹੜੇ ਪ੍ਰਤੀਕਰਮ ਕਰਨਗੇ। ਮੰਨ ਲਓ ਕੋਈ ਕੱਲ ਨੂੰ ਕੋਈ ਨਿਸ਼ਾਨ ਸਾਹਿਬ ਝੰਡੇ ਨੂੰ, ਜੋ ਪੋਲੀਟੀਕਲ ਝੰਡਿਆਂ ਨੂੰ ਲੋਕ ਸਾੜਦੇ ਆ, ਪਾੜਦੇ ਆ, ਹੋਰ ਤਰ੍ਹਾਂ ਕਈ ਕਿਸਮ ਪ੍ਰਤੀਕਰਮ ਹੁੰਦੇ ਆ, ਤੇ ਨਿਸ਼ਾਨ ਸਾਹਿਬ ਨੂੰ ਹੀ ਜੇ ਇਸ ਤਰ੍ਹਾਂ ਕੋਈ ਕਾਰਵਾਈ ਕਰੇਗਾ, ਫਿਰ ਸਾਡੇ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹ ਭੜਕਣਗੀਆਂ, ਉਹਦੇ ਸਮਾਜ 'ਚ ਗਲਤ ਅਸਰ ਪਏਗਾ, ਸਾਡੇ ਭਾਈਚਾਰੇ 'ਤੇ ਅਸਰ ਪਏਗਾ। ਸੋ ਜਿਹੜੇ ਲੋਕ ਇਸ ਚੀਜ਼ ਨੂੰ ਵਰਤ ਰਹੇ ਆ, ਉਹਨਾਂ ਨੂੰ ਆਹ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿ ਨਿਸ਼ਾਨ ਸਾਹਿਬ ਨੂੰ ਇਸ ਪੋਲਿਟਿਕਸ ਤੋਂ ਜਿਹੜੀ ਹੈ ਉਹਦੇ ਤੋਂ ਅਲੱਗ ਰੱਖਣਾ ਚਾਹੀਦਾ। ਉਹਨਾਂ ਨੂੰ ਆਪਣੇ ਵੱਖਰੇ ਝੰਡੇ ਬਣਾਉਣੇ ਚਾਹੀਦੇ ਆ। ਨਿਸ਼ਾਨ ਸਾਹਿਬ ਨੂੰ ਇਸ ਲਈ ਵਰਤੋਂ ਨਹੀਂ ਲੈਣ। ਨਿਸ਼ਾਨ ਸਾਹਿਬ ਪਾਕਿਸਤਾਨ 'ਚ ਵੀ ਚੱਲ ਰਿਹਾ, ਜਿਹੜਾ ਨਿਸ਼ਾਨ ਸਾਹਿਬ ਸਾਰੇ ਦੇਸ਼ਾਂ 'ਚ ਚੱਲ ਰਹੇ ਨੇ, ਉਹ ਜਿਹੜੇ ਸਿਆਸੀ ਜਿਹੜੇ ਹੈਗੇ ਤੇ ਤੌਰ 'ਤੇ ਉਹਨੂੰ ਵਰਤੋਂ ਹੁੰਦੀ ਹੈ। ਜਦੋਂ ਤੁਸੀਂ ਉਹਦੀ
ਵਰਤੋਂ ਇਸ ਤਰੀਕੇ ਨਾਲ ਕਰੋਗੇ ਤਾਂ ਉਹਦਾ ਸੁਸਾਇਟੀ 'ਚ ਜਿਹੜਾ ਦੂਸਰਾ ਪੱਖ ਹੈ ਉਹ ਆਉਣ ਦੀ ਜਿਹੜੀ ਸੰਭਾਵਨਾ ਬਣੀਆਂ ਹੁੰਦੀਆਂ ਨੇ, ਜਿਹੜਾ ਅਸੀਂ ਆਪਣੇ ਆਪ ਹੀ ਉਹ ਜਿਹੜੇ ਨਿਸ਼ਾਨ ਸਾਹਿਬ ਦੀ ਨੂੰ ਉਸ ਘੇਰੇ 'ਚ ਲੈ ਕੇ ਆ ਰਹੇ ਹਾਂ, ਜਿੱਥੇ ਅਸੀਂ ਕੱਲ੍ਹ ਨੂੰ ਫਿਰ ਬੇਅਦਬੀ ਹੋਣ ਦਾ ਜਿਹੜਾ ਖਤਰਾ ਬਣਿਆ ਰਹੇਗਾ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਾਲ ਨੇ ਉਹ ਪਬਲਿਕਲ ਦੇਣ ਤੋਂ ਪਹਿਲਾਂ ਸਾਨੂੰ ਸਾਰੇ ਪੱਖ ਜਿਹੜੇ ਆ ਉਹਦੇ ਸਾਰੀਆਂ ਡਿਮੈਂਸ਼ਨ 'ਚੋਂ ਸੋਚਣਾ ਚਾਹੀਦਾ। ਜਸਪਾਲ ਜੀ, ਇੱਕ ਬੜਾ ਅਹਿਮ ਸਵਾਲ ਆਖਰੀ ਤੇ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਧਰਲੇ ਪਾਸੇ ਤਾਂ ਇਹ ਚੀਜ਼ ਹੋ ਗਈ, ਪਾਕਿਸਤਾਨ ਵਾਲੇ ਪਾਸੇ ਜਾਂ ਲਹਿੰਦੇ ਪੰਜਾਬ ਵਾਲੇ ਪਾਸਿਓਂ ਵੀ ਆਸ ਰੱਖ ਰਹੇ ਹੋ ਕਿ ਇਦਾਂ ਦੀਆਂ ਚੀਜ਼ਾਂ ਉੱਧਰਲੇ ਪਾਸੇ ਵੀ ਹੋਣ, ਤਾਂ ਜੋ ਦੋਹਾਂ ਮੁਲਕਾਂ ਦੇ ਵਿੱਚ, ਕਿਉਂਕਿ ਹਾਲਾਤ ਉੱਧਰ ਵੀ ਚੰਗੇ ਨਹੀਂ ਹੈਗੇ, ਹਾਲਾਤ ਉੱਧਰ ਵੀ ਬੜੇ ਨਾਜ਼ੁਕ ਬਣੇ ਹੋਏ। ਦੇਖੋ ਉਧਰ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਸਿਆਸੀ ਲੈਵਲ ਦੀ ਉਥਲ-ਪੁਥਲ ਚੱਲ ਰਹੀ ਆ ਹੁਣ ਇਹਨਾਂ ਦਿਨਾਂ ਦੇ ਵਿੱਚ, ਇੱਥੋਂ ਤੱਕ ਚੱਲ ਰਹੀ ਆ। ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਵੀਡੀਓ ਪੜ੍ਹ ਲਓ, ਉਹਨਾਂ ਦੀਆਂ ਸਾਰੀਆਂ ਸੁਣ ਲਓ ਜਾ ਕੇ ਕਿਤੇ। ਉਹ ਕਹਿ ਰਿਹਾ ਵੀ ਇਹ ਅਸੀਂ ਖੱਟਿਆ ਕੀ, ਬਚੂਗਾ ਪਾਕਿਸਤਾਨ ਦੇ 4 ਹਿੱਸੇ ਆ ਜਿਹੜੇ ਹਜੇ ਤੱਕ ਇੱਕ ਨਹੀਂ ਬਣ ਸਕੇ। ਇੱਕ ਵੱਡਾ ਹਿੱਸਾ ਦੂਜੇ ਹਿੱਸਿਆਂ ਨੂੰ ਫੌਜ ਲਾ ਕੇ ਕੰਟਰੋਲ ਕਰਕੇ ਰੱਖਿਆ ਵਾ। ਉਹਦਾ ਤਾਂ ਸਾਰਾ ਕੁਝ ਛੋਟਾ ਦੇਸ਼ ਹੋਣ ਕਰਕੇ ਸਾਰਾ ਕੁਝ ਸਾਹਮਣੇ ਆ। ਇੱਥੇ ਤਾਂ ਮਤਲਬ ਕਿ ਵੀ ਇਸ ਦੇਸ਼ ਦੇ ਤਾਂ ਪਾਸੇ-ਆਸੇ ਜਿਹੜਾ ਰੌਲਾ ਹੈ ਉਹ ਪਤਾ ਨਹੀਂ ਲੱਗਦਾ। ਛੋਟੇ ਹਿੱਸੇ ਆ ਜਿਹੜੇ ਥੋੜਾ ਜਿਹਾ ਨਹੀਂ ਨਾਲ ਅਜੇ ਤੱਕ ਮਿਲੇ ਇਸ ਦੇਸ਼ ਦੇ, ਬਾਕੀ ਹਿੱਸਾ ਤਾਂ ਇਕੱਠਾ ਹੀ ਆ ਤਕਰੀਬਨ ਇੱਥੋਂ ਦਾ ਇੰਡੀਆ ਦਾ। ਤਾਂ ਉਹਦੇ ਤਾਂ ਚਾਰੇ ਹਿੱਸੇ ਅਲੱਗ-ਅਲੱਗ ਖੜੇ ਤੇ ਚਾਰੇ ਲੜੀ ਜਾਂਦੇ ਆਪਸ ਵਿੱਚ ਦੀ। ਇਸ ਕਰਕੇ ਵੱਡਾ ਹਿੱਸਾ ਜਿਹੜਾ ਪੰਜਾਬ ਵਾਲਾ ਹਿੱਸਾ ਉਹਦੇ ਕਰਕੇ ਉਹ ਦੂਜੇ ਹਿੱਸੇ ਖੜੇ ਆ ਤੇ ਫੌਜ ਦੇ ਨਾਲ ਖੜਿਆ। ਹੁਣ ਬਲੋਚਿਸਤਾਨ ਦੇ ਵਿੱਚ 1948 ਤੋਂ ਫੌਜ ਲੱਗੀ ਆ, ਉਹ ਅੱਜ ਤੱਕ ਚੱਲੀ ਜਾਂਦੀ ਆ, ਸਾਰਾ ਕੁਝ ਚੱਲੀ ਜਾਂਦਾ। ਇਵੇਂ ਸਿੰਧ ਵਿੱਚ ਕਈ ਵਾਰੀ ਫੌਜ ਲੱਗ ਚੁੱਕੀ ਆ, ਤੇ ਇਵੇਂ ਆਹ ਜਿਹੜਾ ਸਾਰਾ ਜਿਹੜਾ ਪਠਾਣਾ ਦਾ ਇਲਾਕਾ ਉੱਪਰਲਾ ਨਾਰਥ ਵੈਸਟ ਫਰੰਟੀਅਰ, ਉੱਥੇ ਵੀ ਸਾਰਾ। ਤੇ ਉਹ ਇਹ ਸਾਰਾ ਕੁਛ ਆ ਜਿਹੜਾ ਇਹ ਉੱਥੇ ਤਾਂ ਬਿਲਕੁਲ ਅੱਡ ਖੜਿਆ। ਉਹ ਤਾਂ ਇੱਕ ਦੇਸ਼ ਬਣ ਹੀ ਨਹੀਂ ਸਕਿਆ ਇੱਕ ਧਰਮ ਦੇ ਬਾਵਜੂਦ। ਇਸ ਕਰਕੇ ਧਰਮ ਦੇ ਨਾਂ ਤੇ ਜਿਹੜੀ ਵੰਡ ਹੋਈ ਸੀ, ਪਾਕਿਸਤਾਨ ਦੀ ਤੇ ਇੰਡੀਆ ਦੀ ਵੰਡ ਹੋਈ ਸੀ, ਜਾਂ ਪੰਜਾਬ ਦੀ ਵੰਡ ਕੀਤੀ, ਅਸੀਂ ਤਾਂ ਪੰਜਾਬ ਦੀ ਕਹਾਂਗੇ, ਉਹ ਗਲਤ ਵੰਡ ਹੋਈ ਆ। ਧਰਮ ਦੇ ਨਾਂ ਉੱਤੇ ਜੇ ਹੋਵੇ ਤਾਂ ਫਿਰ 50-55 ਕੰਟਰੀ ਮੁਸਲਮਾਨ ਅੱਡ ਕਿਵੇਂ ਹੋ ਗਿਆ? ਮੁਸਲਮਾਨਾਂ ਦੇ 50 ਇੱਥੋਂ ਸਾਰਾ ਇੱਥੋਂ ਸ਼ੁਰੂ ਹੋ ਜਾਓ, ਪਾਕਿਸਤਾਨ ਤੋਂ ਗਾਹਾਂ ਤੱਕ ਉਹਨਾਂ ਦੇ 50-55 ਕੰਟਰੀ ਹੈ, ਤੇ ਉਹ ਇੱਕ ਹੋ ਜਾਣੇ ਚਾਹੀਦੇ ਆ ਜੇ ਧਰਮ ਦੇ ਨਾਂ ਤੇ ਹੋਵੇ। ਇਸ ਕਰਕੇ ਧਰਮ ਦਾ ਇੱਕ ਵੱਖਰਾ ਰੋਲ ਹੈ। ਅਸੀਂ ਧਰਮ ਦੇ ਖਿਲਾਫ ਨਹੀਂ, ਉਸ ਦਾ ਸਿਆਸੀ ਇਸ ਕਿਸਮ ਦਾ ਜਿਹੜਾ ਆਪਸ ਵਿੱਚ ਉਹਦੀ ਵਰਤੋਂ ਕਰਨੀ ਗਲਤ ਹੈ। ਅਸੀਂ ਉਸ ਦੀ ਸਿਆਸੀ ਵਰਤੋਂ ਦੇ ਖਿਲਾਫ ਹੈ। ਇਸ ਕਰਕੇ ਇਹ ਜਿਹੜਾ ਸਾਰਾ ਕੁਛ ਹੈ, ਸਾਨੂੰ ਲੱਗਦਾ ਉਮੀਦ ਹੈ ਵੀ ਉੱਧਰ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਉਥਲ-ਪੁਥਲ ਹੈ। ਉਹ ਇਸ ਗੱਲ ਨੂੰ ਬਹੁਤ ਵੱਡੇ ਤਰੀਕੇ ਨਾਲ ਇਹਦੇ ਤੇ ਜਵਾਬ ਦੇਣਗੇ, ਰਿਸਪੌਂਸ ਦੇਣਗੇ। ਸਾਰਾ ਉਹਨਾਂ ਦਾ ਰਿਸਪੌਂਸ ਅਸਲ ਵਿੱਚ ਬਹੁਤ ਹੀ ਜ਼ਿਆਦਾ ਸਰਗਰਮ ਹੋਏਗਾ, ਇਹ ਵਾਰਮ ਹੋਏਗਾ, ਸਾਨੂੰ ਉਮੀਦ ਹੈ। ਆਖਰੀ ਸਵਾਲ ਖੁਸ਼ਹਾਲ ਜੀ, ਲੱਗਦਾ ਕਿ ਇਸ ਚੀਜ਼ ਦੇ ਨਾਲ ਜਿਹੜਾ ਲੋਕਤੰਤਰ ਨੂੰ ਢਾਹ ਲੱਗ ਰਹੀ ਸੀ ਇਸ ਵੇਲੇ, ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ, ਸਭ ਤੋਂ ਵੱਡੀ ਚੀਜ਼ ਉਹਨੂੰ ਰਿਵਾਈਵ ਕਰਨਾ ਸੀਗਾ, ਤੇ ਉਹਦੇ ਵਿੱਚ ਵੱਡੀ ਕੋਸ਼ਿਸ਼ ਹੋਵੇਗੀ ਇਸ ਚੀਜ਼ ਦੇ ਨਾਲ। ਤੇ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਤੇ ਬਿਲਕੁਲ ਸਾਨੂੰ ਉਮੀਦ ਹੈ ਕਿ ਜੇ ਇਸ ਜਿਹੜਾ ਜੋ ਸਾਡੇ ਦੇਸ਼ ਦੇ ਵਿੱਚ ਦੋਨੇ ਪਾਸੇ ਜੋ ਨੈਗੇਟਿਵ ਚੱਲ ਰਿਹਾ ਹੈਗਾ ਆ, ਉਹਦੇ ਵਿੱਚ ਸਹੀ ਜਿਹੜਾ ਆ ਦਿਸ਼ਾ ਵੱਲ ਇਹ ਕਦਮ ਹੈਗਾ ਆ, ਇਹਦੀ ਪੂਰੀ ਸੰਭਾਵਨਾ। ਕਿਉਂਕਿ ਜਿਹੜੇ ਲੋਕ ਪੋਜ਼ਿਟਿਵ ਸੋਚ ਰਹੇ ਆ, ਜਿਹੜੇ ਲੋਕ ਚਾਹੁੰਦੇ ਆ ਕਿ ਦੋਨੇ ਪਾਸੇ ਲੋਕਤੰਤਰ ਕੀਮਤਾਂ ਜਿਹੜੀਆਂ ਬਚੀਆਂ ਨੇ, ਲੋਕਤੰਤਰ ਦੇਸ਼ ਦਾ ਜਿਹੜਾ ਢਾਂਚਾ ਬਚਿਆ ਰਵੇ ਤੇ 47 ਦੁਆਰਾ ਨਾ ਵਾਪਰੇ ਸੁਸਾਇਟੀ ਦੇ ਵਿੱਚ, ਉਹਦੇ ਵਾਸਤੇ ਜ਼ਰੂਰੀ ਹੈ ਕਿ ਇਸ ਵਰਤਾਰੇ ਨੂੰ ਜਿਹੜਾ ਉਹਦੀ ਸਫਲਤਾ ਬਹੁਤ ਜ਼ਰੂਰੀ ਹੈ। ਅਸੀਂ ਅਰਦਾਸ ਹੀ ਇਸੇ ਕਰਕੇ ਕਰਦੇ ਹਾਂ, ਜਿਹੜੇ ਜੀ ਅਸੀਂ ਵੀ ਕਈ ਸਾਲਾਂ ਤੋਂ ਅਰਦਾਸ ਕਰ ਰਹੇ ਹਾਂ, ਤੇ ਫਿਰ ਅਸੀਂ 15 ਤਰੀਕ ਨੂੰ ਅਰਦਾਸ ਇਹੀ ਕਰਨੀ ਹੈ ਕਿ ਇਹ ਜਿਹੜੀ ਸੋਚ ਹੈ, ਜਿਹੜੀ ਇਹ ਵਿਚਾਰ ਹੈ, ਇਹਦੀ ਅੱਗੇ ਸਫਲਤਾ ਅਕਾਲ ਪੁਰਖ ਬਖਸ਼ਣ ਸਾਨੂੰ। ਸੋ ਵੱਖ ਵਿਚਾਰਾਂ ਰਹੀਆਂ ਨੇ ਲੰਮੇ ਸਮੇਂ ਤੋਂ ਇਸ ਆਜ਼ਾਦੀ ਦਿਹਾੜੇ ਨੂੰ ਲੈ ਕੇ। ਬਹੁਤ ਸਾਰੀਆਂ ਚੀਜ਼ਾਂ ਨੇ, ਕੁਝ ਲੋਕ ਇਹਨੂੰ ਆਜ਼ਾਦੀ ਨਹੀਂ ਮੰਨਦੇ, ਕੁਝ ਲੋਕ ਕਹਿੰਦੇ ਕਿ ਇਹ ਉਜਾੜਾ ਹੋਇਆ। ਤਾਂ ਉਸ ਉਜਾੜੇ ਨੂੰ ਲੈ ਕੇ ਵੱਡੇ ਪੱਧਰ ਤੇ ਇਹ ਵੀ ਚਰਚਾ ਰਹੀ ਹੈ ਕਿ ਪੰਜਾਬ ਦਾ ਉਜਾੜਾ ਹੋਇਆ, ਪਰ ਕਿਸ ਤਰੀਕੇ ਦੀ ਆਜ਼ਾਦੀ ਹੈ ਕਿ ਉਸ ਆਜ਼ਾਦੀ ਤੋਂ ਬਾਅਦ ਜਿਹੜੀ ਧਰਮਾਂ ਦੇ ਨਾਮ ਤੇ ਆਜ਼ਾਦੀ ਕੀਤੀ ਗਈ, ਵੀ ਇੱਧਰਲੇ ਪਾਸੇ ਹਿੰਦੂ ਉੱਧਰਲੇ ਪਾਸੇ ਮੁਸਲਮਾਨ ਚਲੇ ਜਾਣ, ਤਾਂ ਕੀ ਉਸ ਤੋਂ ਬਾਅਦ ਹਾਲਾਤ ਚੰਗੇ ਹੋਏ, ਬਿਹਤਰ ਹੋਏ, ਵਧੀਆ ਚੀਜ਼ਾਂ ਹੋਈਆਂ ਜਾਂ ਨਹੀਂ ਹੋਈਆਂ? ਇਹ ਕਿਤੇ ਲੁਕੀਆਂ ਛੁਪੀਆਂ ਨਹੀਂ ਹੈਗੀਆਂ। ਦੋਹਾਂ ਮੁਲਕਾਂ ਦੇ ਵਿੱਚ ਜਿਹੜੇ ਹਾਲਾਤ ਨੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ। ਫਿਲਹਾਲ ਇੱਕ ਬੜਾ ਅਹਿਮ ਕਦਮ ਚੁੱਕਿਆ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ, ਜਿਹੜੀ ਕਾਲ ਦਿੱਤੀ ਗਈ ਹੈ, ਤਾਂ ਉਸ ਦੇ ਅਸਰ ਕੀ ਰਹਿਣ ਵਾਲੇ ਨੇ, ਉਸ ਬਾਬਤ ਜਸਪਾਲ ਸਿੱਧੂ ਹੋਰਾਂ ਨੇ ਅਤੇ ਖੁਸ਼ਹਾਲ ਸਿੰਘ ਨੇ ਬੜੇ ਬੇਬਾਕੀ ਦੇ ਨਾਲ ਦੱਸਿਆ ਹੈਗਾ ਕਿ ਇਹ ਕਿ ਨਾ
ਇਸ ਵੇਲੇ ਕੇਂਦਰੀ ਸਿੰਘ ਸਭਾ ਵੱਲੋਂ ਉਚੇਚੇ ਤੌਰ ਤੇ 15 ਅਗਸਤ ਨੂੰ ਪ੍ਰੋਗਰਾਮ ਵੀ ਮਨਾਇਆ ਜਾਣਾ ਹੈਗਾ ਕਿ ਕਿਸ ਤਰੀਕੇ ਨਾਲ ਇਹ ਪ੍ਰੋਗਰਾਮ ਜਿਹੜਾ ਆ ਕਿੰਨੀ ਅਹਿਮੀਅਤ ਰੱਖਦਾ ਹੈਗਾ ਤੇ 16 ਤਰੀਕ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਕਿੰਨੀ ਮਹੱਤਵਤਾ ਹੋਵੇਗੀ, ਕਿਉਂਕਿ ਇਹ ਸਿੱਧੇ ਤੌਰ ਤੇ ਕਾਟ ਵਜੋਂ ਦੇਖਿਆ ਜਾਵੇਗਾ। ਜਿਹੜੀਆਂ ਵੱਖ-ਵੱਖ ਇਸ ਵੇਲੇ ਗੱਲਾਂ ਕੀਤੀਆਂ ਜਾ ਰਹੀਆਂ, ਕੋਈ ਹਿੰਦੂਤਵ ਦੀ ਗੱਲ ਕਰ ਰਿਹਾ, ਕੋਈ ਹੋਰ ਧਰਮਾਂ ਦੀ ਗੱਲ ਕਰ ਰਿਹਾ ਜਾਂ ਕੱਟੜਤਾਵਾਦ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਹ ਸਾਰੀ ਚੀਜ਼ ਦਾ ਇੱਕ ਹੱਲ ਜਿਹੜਾ ਆ ਇਸ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕ ਆਉਣਗੇ, ਇਸ ਦਿਨ ਨੂੰ ਮਨਾਉਣਗੇ ਤੇ ਸਿੱਧੇ ਤੌਰ ਤੇ ਆਸ ਕਰਨਗੇ ਕਿ ਖੁਸ਼ਹਾਲੀ ਰਹੇ ਦੋਹਾਂ ਖਿੱਤਿਆਂ ਦੇ ਵਿੱਚ, ਲੰਮੇ ਸਮੇਂ ਤੋਂ ਜਿਸ ਦੀ ਆਸ ਕੀਤੀ ਜਾ ਰਹੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।